ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਜਿਵੇਂ ਕਿ ਤੁਸੀਂ ਥੰਬਨੇਲ ਵੀ ਦੇਖ ਲਿਆ ਅਤੇ ਹੁਣ ਇੱਥੇ ਵੀ ਲਿਖਿਆ ਦੇਖ ਰਹੇ ਹੋ ਕਿ ਅੱਜ ਅਸੀਂ ਨਾ ਬਹੁਤ ਇੰਪੋਰਟੈਂਟ ਟੌਪਿਕ ਆ ਜਿਸ ਦਾ ਸੰਬੰਧ ਹੈਗਾ ਕਿਸ਼ਤ ਨਾਲ। ਜੇ ਇੰਗਲਿਸ਼ 'ਚ ਅਸੀਂ ਇਹਦੇ ਵਾਸਤੇ ਗੱਲ ਕਰੀਏ ਦੈਟ ਇਜ਼ ਇੰਸਟਾਲਮੈਂਟ। ਮਤਲਬ ਸਾਫ਼ ਆ ਕਿ ਅੱਜ ਅਸੀਂ ਇੰਸਟਾਲਮੈਂਟ ਨਾਲ ਸੰਬੰਧਿਤ ਸਵਾਲ ਕਰਾਂਗੇ ਅਤੇ ਬੜੀ ਜਲਦੀ ਕੋਸ਼ਿਸ਼ ਸਾਡੀ ਇਹ ਰਹੂਗੀ ਕਿ ਅਸੀਂ ਇਸ ਟੌਪਿਕ ਨੂੰ, ਜਿਹੜਾ ਇਹ ਟੌਪਿਕ ਹੈਗਾ ਸਾਡਾ, ਇਹਨੂੰ ਅਸੀਂ ਸਿੰਪਲ ਅਤੇ ਕੰਪਾਊਂਡ ਇੰਟਰਸਟ ਦੋਵਾਂ ਦੇ ਕੰਟੈਕਸਟ 'ਚ ਸਮਝੀਏ। ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਪੰਜਾਬ ਦੇ ਗਰੁੱਪ ਬੀ ਦੇ ਪੇਪਰ ਹੁਣ PSSB ਕੰਡਕਟ ਕਰਵਾ ਰਹੀ ਹੈ। ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸੀਨੀਅਰ ਅਸਿਸਟੈਂਟ ਤਾਂ ਸਪੈਸ਼ਲੀ ਗਰੁੱਪ PSSB ਕੋਲ ਚਲੇ ਗਿਆ। ਹਾਂ, ਸਿਰਫ ਉਸ ਸੀਨੀਅਰ ਅਸਿਸਟੈਂਟ ਦਾ ਵਿਵਾਦ ਆ ਜੋ PPSC ਨੇ ਭਰਤੀ ਭਰੀ ਸੀ, ਪਰ ਅੱਜ ਮੇਰਾ ਮਕਸਦ ਇਹੋ ਜਿਹਾ ਕੁਛ ਨਹੀਂ ਗਾ। ਮੈਂ ਇਹ ਚਾਹੁੰਦਾ ਕਿ ਬਹੁਤ ਸਾਰੇ ਐਸਪੀਰੈਂਟਸ ਦੀ ਨਾ ਇੱਕ ਡਿਮਾਂਡ ਸੀ ਕਿ ਸਰ ਇੰਸਟਾਲਮੈਂਟਸ ਵਾਲਾ ਚੈਪਟਰ ਜਿਹੜਾ ਹੈ ਨਾ, ਇਹ ਤੁਸੀਂ ਥੋੜ੍ਹਾ ਜਿਹਾ ਸਾਨੂੰ ਸਮਝਾ ਦਿਓ। ਅਸੀਂ ਨਾ ਟ੍ਰਿਕਾਂ ਯਾਦ ਕਰਦੇ ਹਾਂ, ਭੁੱਲ ਜਾਂਦੇ ਹਾਂ, ਯਾਦ ਕਰਦੇ ਹਾਂ, ਭੁੱਲ ਜਾਂਦੇ ਹਾਂ। ਇੱਕ ਵਾਰੀ ਸਮਝ ਆਇਆ ਹੋਊਗਾ ਨਾ ਅਤੇ ਮਸਲਾ ਹੱਲ ਹੋਇਆ ਹੋਊਗਾ। ਸੋ ਖੈਰ, ਉਮੀਦ ਕਰਦਾ ਹੁੰਦਾ ਕਿ ਬਾਕੀ ਤਾਂ ਚਲੋ ਤੁਸੀਂ ਜਿੱਥੇ ਵੀ ਪੜ੍ਹ ਰਹੇ ਹੋ ਅਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝ ਆ ਰਹੀਆਂ ਚੀਜ਼ਾਂ, ਬਟ ਆਪਣੇ ਤਜਰਬੇ 'ਚੋਂ ਸਿੰਪਲ ਇੰਟਰਸਟ ਅਤੇ ਕੰਪਾਊਂਡ ਇੰਟਰਸਟ, ਭਾਵ ਕਿ ਸਧਾਰਨ ਵਿਆਜ ਅਤੇ ਮਿਸ਼ਰਤ ਵਿਆਜ ਨਾਲ ਸੰਬੰਧਿਤ ਕਿਸ਼ਤਾਂ ਵਾਲੇ ਸਵਾਲ ਜਿਹੜੇ ਆ ਉਹ ਆਪਾਂ ਇਹ ਕੋਸ਼ਿਸ਼ ਕਰਾਂਗੇ। ਮੈਂ ਨਹੀਂ ਕਹਿੰਦਾ ਕਿ ਮੇਰਾ ਪੜ੍ਹਾਇਆ ਜੋ ਸਕਰੀਨ 'ਤੇ ਮੈਨੂੰ ਦੇਖ ਰਹੇ ਆ ਸਭ ਨੂੰ ਸਮਝ ਆ ਜਾਊਗਾ, ਪਰ ਫਿਰ ਵੀ ਜੇ 30%, 40%, 50% ਨੂੰ ਵੀ ਸਮਝ ਆ ਜੇ ਅਤੇ ਪੇਪਰ 'ਚ ਉਹਨਾਂ ਦਾ ਜਿਹੜਾ ਇੱਕ ਅੱਧਾ ਸਵਾਲ ਇਹਦੇ ਨਾਲ ਸੰਬੰਧਿਤ ਆਉਂਦਾ ਹੈ, ਅਟਕ ਰਿਹਾ ਹੈ, ਉਹ ਨਿਕਲ ਜੇ ਤਾਂ ਉਹਦੇ ਨਾਲ ਦੀ ਰੀਸ ਹੀ ਕੀ ਹੈ। ਸੋ ਆ ਜਾਓ ਅੱਜ ਆਪਾਂ ਕਿਸ਼ਤਾਂ ਵਾਲੇ ਸਵਾਲਾਂ ਨੂੰ ਦੋ ਹੱਥ ਕਰੀਏ। ਅਤੇ ਸਭ ਤੋਂ ਪਹਿਲਾਂ ਨਾ ਥੋੜ੍ਹਾ ਜਿਹਾ ਮੈਨੂੰ ਟਾਈਮ ਦਿਓ ਤਾਂ ਕਿ ਮੈਂ ਸਵਾਲ ਕਰਾਉਣ ਤੋਂ ਪਹਿਲਾਂ ਤੁਹਾਨੂੰ ਕੰਸੈਪਟ ਸਮਝਾ ਦਾਂ, ਕਿਉਂਕਿ ਕਈ ਵਾਰੀ ਕੀ ਹੁੰਦਾ, ਅੱਜ ਕੱਲ੍ਹ ਬੱਚੇ ਕਾਹਲੇ ਬਹੁਤ ਪੈ ਰਹੇ ਆ ਕਿ ਫਾਰਮੂਲਾ ਦੱਸੋ। ਅਤੇ ਪੇਪਰ 'ਚ ਜਦੋਂ ਵਧੀਆ ਲੈਵਲ ਦਾ ਪੇਪਰ ਆਉਂਦਾ, ਜਿਵੇਂ ਪਟਵਾਰੀ ਦੇ ਪੇਪਰ 'ਚ ਹਲਕੇ ਜਿਹੇ ਸਵਾਲ ਕਰਨ ਤੋਂ ਬਾਅਦ ਅਸੀਂ ਆਪਣੇ ਮਨ 'ਚ ਧਾਰਨਾ ਬਣਾ ਲਈ ਕਿ PSSB ਦਾ ਤਾਂ ਪੱਧਰ ਕੁਛ ਵੀ ਨਹੀਂ। ਅਤੇ ਅਗਲੇ ਹੀ ਹਫਤੇ ਜਦੋਂ ਅਸੀਂ ਐਕਸਾਈਜ਼ ਦੇ ਪੇਪਰ 'ਚ ਗਏ ਤਾਂ ਮੈਨੂੰ ਬੱਚਿਆਂ ਦੇ ਜਵਾਬ ਮਿਲੇ ਕਿ ਸਰ ਮੈਥ ਨਹੀਂ ਹੋਇਆ ਜੀ। ਅਸੀਂ ਤਾਂ ਜੀ ਸਾਰੀਆਂ ਅਕੈਡਮੀਆਂ ਤੋਂ ਸਾਰਿਆਂ ਦੇ ਟ੍ਰਿਕ ਵਰਤ ਲਏ। ਠੀਕ ਆ, ਪਟਵਾਰੀ 'ਚ ਚੱਲਦੇ ਸੀ, ਅਸੀਂ ਚਲਾਏ ਵੀ, 90 ਨੰਬਰ ਲਏ ਵੀ, ਪਰ ਉੱਥੇ ਬਾਕੀ ਜਿਨ੍ਹਾਂ ਦੇ ਜਿਹੜੇ ਸਾਡੇ ਤੋਂ ਵੱਧ ਇੰਟੈਲੀਜੈਂਟ ਆ ਸਾਡੇ ਤੋਂ ਵੀ ਅੱਗੇ ਲੰਘ ਗਏ। ਅੱਜ ਦੇ ਜ਼ਮਾਨੇ 'ਚ ਜੇ ਤੁਸੀਂ 100-150 ਭਰਤੀਆਂ ਆ ਰਹੀਆਂ ਕਿਤੇ ਵੀ, ਚਾਹੇ ਉਹ ਸੀਨੀਅਰ ਸਹਾਇਕ ਦੀਆਂ ਹੋਣ, ਚਾਹੇ ਐਕਸਾਈਜ਼ ਦੀਆਂ ਹੋਣ, ਚਾਹੇ ਕਿਸੇ ਵੀ ਲੈਵਲ ਦੀਆਂ ਹੋਣ, ਤੁਸੀਂ ਹਰ ਸਬਜੈਕਟ 'ਚ ਮਾਹਰ ਚਾਹੀਦੇ ਹੋ। ਅਤੇ ਤੁਹਾਨੂੰ ਪਤਾ ਹੀ ਆ ਕਿ PSSB ਕੰਪਿਊਟਰ ਦੇ ਵਿੱਚ, ਪੰਜਾਬੀ ਦੇ ਵਿੱਚ ਅਤੇ ਇੰਗਲਿਸ਼ 'ਚ ਆਪਣੇ ਸਟੈਂਡਰਡਸ ਤੇ ਟਿਕਿਆ ਹੋਇਆ ਹੈ। ਸਾਰੇ ਬੱਚੇ ਬਰਾਬਰ ਜਿਹੇ ਨੰਬਰ ਲੈ ਜਾਂਦੇ ਆ। ਕਈ ਵਾਰੀ ਕੀ ਤੁਸੀਂ ਖੁਦ ਮੰਨਦੇ ਹੋ ਇਸ ਗੱਲ ਨੂੰ ਕਿ ਮੈਥ ਅਤੇ ਜਿਹੜਾ GK ਵਾਲਾ ਪੋਰਸ਼ਨ ਆ, ਇਹ ਮਿਲ ਕੇ ਤਕਰੀਬਨ 60 ਕੁ ਨੰਬਰ ਦਾ ਰੋਲ ਅਦਾ ਕਰ ਜਾਂਦਾ ਪੇਪਰ 'ਚ, ਕਰ ਹੀ ਜਾਂਦਾ ਹੈ, ਤੁਹਾਨੂੰ ਪਤਾ ਹੀ ਇਸ ਗੱਲ ਦਾ। ਇਹ ਜਿਹੜੇ 60 ਕੁ ਨੰਬਰ ਜਾਂ 55 ਨੰਬਰ ਵੀ ਮੰਨ ਕੇ ਚੱਲਦੇ ਆ ਤਾਂ ਇਹ 55 ਨੰਬਰ ਡਿਸਾਈਡਿੰਗ ਫੈਕਟਰ ਨੇ ਅੱਜ ਦੇ ਜ਼ਮਾਨੇ 'ਚ, ਸਪੈਸ਼ਲੀ ਗਰੁੱਪ B ਦੇ ਉਹ ਪੇਪਰ ਜਿਨ੍ਹਾਂ 'ਚ 55 ਨੰਬਰ ਦਾ ਪੇਪਰ ਬਹੁਤ ਔਖਾ ਆ ਰਿਹਾ ਹੈ। ਅਸੀਂ ਇੱਕ ਪਾਸੇ ਨੂੰ ਰੱਟਾ ਮਾਰਦੇ ਹਾਂ, ਉਹ ਦੂਜਾ ਪਾਸਾ ਪਾ ਦਿੰਦੇ, ਅਸੀਂ ਦੂਜਾ ਪਾਸਾ ਰੱਟਾ ਮਾਰ ਕੇ ਜਾਂਦੇ, ਉਹ ਤੀਜਾ ਪਾ ਦਿੰਦੇ ਆ। ਇਟ ਮੀਨਸ ਕਿਉਂ ਨਹੀਂ ਅਸੀਂ ਆਪਣੇ ਕਨਸੈਪਚੁਅਲ ਕਲੈਰਿਟੀ ਕਰੇ ਜਾਂਦੇ। ਛੋਟਾ ਜਿਹਾ ਟੌਪਿਕ ਆ, ਜ਼ਿਆਦਾ ਸਮਾਂ ਜਾਂ ਭਾਸ਼ਣ ਨਹੀਂ ਦਊਂਗਾ ਮੈਂ, ਅਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਟੌਪਿਕ। ਦੇਖੋ, ਅਸਲ ਚ ਕਿਸ਼ਤਾਂ ਦਾ ਕਨਸੈਪਟ ਹੁੰਦਾ ਕੀ ਆ, ਪਹਿਲਾਂ ਆਪਾਂ ਇਹਨੂੰ ਸਮਝੀਏ। ਤੁਸੀਂ ਨਾ ਸਪੋਜ਼ ਕਰੋ ਕਿਸੇ ਵੀ ਦੁਕਾਨਦਾਰ ਤੋਂ 10,000 ਰੁਪਏ ਦਾ TV ਖਰੀਦਿਆ ਮੰਨ ਲਓ, ਅਤੇ 10,000 ਦਾ TV ਕਈ ਤਰੀਕਿਆਂ ਨਾਲ ਖਰੀਦਿਆ ਜਾ ਸਕਦਾ ਹੈ। ਕਿਵੇਂ ਖਰੀਦਿਆ ਜਾ ਸਕਦਾ ਹੈ? ਤੁਸੀਂ 10,000 ਜੇਬ 'ਚ ਲੈ ਕੇ ਜਾਓ, 10,000 ਉਹਨੂੰ ਫੜਾਓ ਅਤੇ ਉਹ ਭਰਾ ਤੁਹਾਡਾ ਤਾਂ ਉਹਨੂੰ TV ਦੇ ਦਊਗਾ। ਬੜਾ ਸਿੰਪਲ ਜਿਹਾ ਤਰੀਕਾ ਹੈ। ਪਰ ਇੱਕ ਤਰੀਕਾ ਹੋਰ ਆ, ਤੁਸੀਂ ਉਹਨੂੰ ਕਹੋ ਸਰ 10,000 ਦਾ TV ਆ, ਮੇਰੇ ਕੋਲ ਭਰਾਵਾ ਤੈਨੂੰ ਦੇਣ ਲਈ ਦੀਵਾਨੀ ਨਹੀਂ ਹੈਗੀ, ਮਤਲਬ ਮੇਰੇ ਕੋਲ ਕੁਛ ਵੀ ਹੈ ਨਹੀਂ ਤੈਨੂੰ ਦੇਣ ਵਾਸਤੇ, ਤੂੰ ਮੈਨੂੰ TV ਦੇ ਦੇ। ਮੈਂ 4 ਸਾਲ ਬਾਅਦ, ਮਤਲਬ ਆਫਟਰ 4 years, ਸਮਾਂ ਬਰਾਬਰ ਹੈ 4 ਸਾਲ, ਮੈਂ 10% ਪ੍ਰਤੀ ਸਾਲਾਨਾ ਪਰ ਐਨਮ ਦੇ ਹਿਸਾਬ ਨਾਲ ਮੈਂ ਇਹ TV ਲੈ ਕੇ ਜਾਊਂਗਾ ਤੇਰੇ ਕੋਲੋਂ। ਅਤੇ ਸਧਾਰਨ ਵਿਆਜ 'ਤੇ ਮੈਨੂੰ, ਸਧਾਰਨ ਵਿਆਜ ਦਾ ਮਤਲਬ ਹੁੰਦਾ ਹੈ ਕਿ ਤੂੰ ਹਰ ਸਾਲ 10,000 'ਤੇ 10% ਵਿਆਜ ਲਾ, ਅਤੇ 10,000 ਦਾ 10% ਹੁੰਦਾ ਹੈ 1,000 ਰੁਪਈਆ।
ਅਗਲੇ ਸਾਲ ਵੀ 10,000 ਤੇ ਵਿਆਜ ਲਾ, ਅਗਲੇ ਸਾਲ ਵੀ, ਅਗਲੇ ਸਾਲ ਵੀ, 4 ਸਾਲਾਂ ਬਾਅਦ ਮੇਰਾ ਵਿਆਜ ਹੋ ਜਾਊਗਾ 10,000 ਦਾ 10%, ਤੇ ਉਹ ਵੀ 4 ਸਾਲਾਂ ਵਾਸਤੇ। ਕਈ ਕਹਿਣਗੇ ਸਰ ਇਹ ਤਾਂ ਫਾਰਮੂਲਾ ਹੀ ਹੁੰਦਾ ਸਿੰਪਲ ਇੰਟਰਸਟ ਕੱਢਣ ਦਾ, ਫਾਰਮੂਲਾ ਕਿਹੜਾ ਉੱਪਰੋਂ ਉੱਡਿਆ, ਉਹ ਵੀ ਇੱਥੋਂ ਹੀ ਬਣਿਆ। ਸੋ ਇਹ ਵਿਆਜ ਬਣ ਗਿਆ 4,000 ਕਿ ਬਈ ਤੂੰ ਇੱਦਾਂ ਕਰੀ 4 ਸਾਲਾਂ ਬਾਅਦ ਮੈਨੂੰ ਅਮਾਊਂਟ ਭਾਵ ਕਿ ਰਕਮ ਮੋੜ ਜੀ। ਕਿੰਨੀ ਭਲਾ? ਇੱਕ ਤਾਂ ਪ੍ਰਿੰਸੀਪਲ 10,000 ਤੇ ਇੱਕ ਆਹ ਵਾਲਾ 4,000, 14,000 ਰੁਪਈਆ ਤੂੰ ਮੈਨੂੰ ਦੇ ਕੇ ਜਾਈਂ, ਤੂੰ ਮੈਨੂੰ 14,000 ਰੁਪਈਆ ਦੇ ਕੇ ਜਾਈਂ, ਜਾਂ 14,000 ਭਰਾ ਮੈਂ ਤੈਨੂੰ ਦੇ ਦੂੰਗਾ 4 ਸਾਲ ਬਾਅਦ। ਤਾਂ ਇਹਦਾ ਮਤਲਬ ਤੁਸੀਂ ਉਧਾਰ ਟੀਵੀ ਲੈ ਕੇ ਆਏ ਹੋ ਤੇ ਉਹਦੇ ਪੈਸੇ 4 ਸਾਲਾਂ ਬਾਅਦ ਮੋੜਨੇ ਆ, ਤੇ ਮੋੜਨੇ ਵੀ ਕਿੰਨੇ ਆ? 14,000। ਜੇ ਉਹ ਦੁਕਾਨਦਾਰ ਤੁਹਾਨੂੰ ਇਹ ਗੱਲ ਕਵੇ, ਸਟੋਰੀ ਸਮਝੋ ਪਹਿਲਾਂ ਪੂਰੀ, ਫੇਰ ਹੀ ਕਹਾਣੀ ਕਰਿਓ, ਕਿ ਤੁਸੀਂ ਇੱਦਾਂ ਕਰੋ, ਮੈਨੂੰ ਕਿਉਂ ਨਹੀਂ 4 ਸਾਲਾਂ ਦੇ ਵਿੱਚ 14,000 4 ਸਾਲਾਂ 'ਚ ਇੱਕ ਸਾਲ ਬਾਅਦ ਕਰਕੇ ਦੇ ਜਾਂਦੇ? ਤਾਂ ਉਹ ਕਹੂਗਾ ਠੀਕ ਆ ਜੀ, ਮੇਰੇ 14,000 ਰੁਪਏ ਬਣੇ ਆ, ਤੁਸੀਂ ਮੇਰੇ ਕੋਲ 3500 3500 3500 ਤੇ 3500 ਰੁਪਈਆ ਲੈ ਲਿਓ। ਕਿੰਨਾ? 3500 3500 3500 ਤੇ 3500 ਰੁਪਈਆ ਲੈ ਲਿਓ। ਉਹਦੇ ਨਾਲ ਕੀ ਹੋਊਗਾ? 3500 3500 7,000, ਫਿਰ 3500 10,300 10,500 ਤੇ ਫਿਰ 3500, 4 ਸਾਲਾਂ 'ਚ 14,000 ਪੂਰਾ ਹੋ ਗਿਆ। ਹੁਣ ਇੱਥੇ ਤੁਸੀਂ 14,000 ਰੁਪਈਆ ਜਿਹੜਾ ਕਿ ਤੁਹਾਡਾ ਬਣਦਾ ਸੀਗਾ, ਕੀ ਸੀ ਭਲਾ ਇਹ 14,000? ਮੂਲਧਨ ਪਲੱਸ ਵਿਆਜ, ਪ੍ਰਿੰਸੀਪਲ ਪਲੱਸ ਸਿੰਪਲ ਇੰਟਰਸਟ। ਇਹਨੂੰ ਤੁਸੀਂ ਪਹਿਲੇ ਸਾਲ ਦੇ ਐਂਡ ਤੇ, ਦੂਜੇ ਸਾਲ ਦੇ ਅੰਤ ਤੇ ਤੀਜੇ ਸਾਲ ਦੇ ਅੰਤ ਤੇ ਚੌਥੇ ਸਾਲ ਦੇ ਅੰਤ 'ਚ 3500 3500 ਕਰਕੇ ਦੇਤਾ। ਕੀ ਤੁਸੀਂ ਬਹੁਤ ਸਿਆਣੇ ਰਹੇ? ਨਹੀਂ, ਤੁਸੀਂ ਇਸ ਕਰਕੇ ਸਿਆਣੇ ਨਹੀਂ ਰਹੇ ਕਿ ਤੁਸੀਂ ਤਾਂ 4 ਸਾਲ ਵਾਸਤੇ ਪੈਸੇ ਲਏ ਸੀ ਤੇ ਮੋੜਨੇ ਤੁਸੀਂ ਸਾਲ ਬਾਅਦ ਹੀ ਸ਼ੁਰੂ ਕਰਤੇ। ਜਿਹੜਾ ਪੈਸਾ ਤੁਸੀਂ 1 ਸਾਲ ਬਾਅਦ ਮੋੜਤਾ, ਠੀਕ ਆ, ਤੁਸੀਂ 10,000 ਤੇ 4 ਸਾਲ ਦਾ ਵਿਆਜ ਇਕੱਠਾ ਕਰ ਲਿਆ, ਤੇ ਪੈਸਾ ਇਹਦਾ ਇੱਕ ਹਿੱਸਾ ਤੁਸੀਂ ਪਹਿਲੇ ਸਾਲ ਹੀ ਮੋੜਤਾ, ਇੱਕ ਦੂਜੇ ਸਾਲ ਦੇ ਐਂਡ 'ਚ ਮੋੜਤਾ, ਇੱਕ ਤੀਜੇ ਸਾਲ ਦੇ ਐਂਡ 'ਚ ਮੋੜਤਾ। ਫਿਰ ਉਹਨਾਂ ਤੇ ਵਿਆਜ ਦਿੱਤਾ ਹੀ ਕਿਉਂ? ਜੇ ਤੁਸੀਂ ਇੰਨਾ ਹਿੱਸਾ ਪੈਸਾ ਮੋੜ ਹੀ ਦੇਣਾ ਸੀ 1 ਸਾਲ ਬਾਅਦ, ਤੁਸੀਂ ਉਹਦੇ ਤੇ ਵੀ 4,000 ਦਾ ਵਿਆਜ ਕਿਉਂ ਉਹਦੇ ਤੇ ਵੀ ਵਿਆਜ ਕਿਉਂ ਘਟਾਇਆ? ਤੁਸੀਂ ਜਿਹੜਾ 10,000 ਤੇ 4 ਸਾਲ ਦਾ 4,000 ਕਰਕੇ ਵਿਆਜ ਘਟਾਇਆ 4 ਸਾਲਾਂ ਦਾ, ਜੇ ਤੁਸੀਂ ਇਸ ਹਿੱਸੇ ਦਾ ਪੈਸਾ 1 ਸਾਲ ਬਾਅਦ ਹੀ ਮੋੜਨਾ ਸੀ ਤਾਂ ਫਿਰ ਇਸ ਹਿੱਸੇ ਤੇ 4 ਸਾਲ ਦਾ ਵਿਆਜ ਕਿਉਂ ਦਿੱਤਾ? ਤੁਸੀਂ ਮੈਨੂੰ ਆਪ ਦੱਸੋ ਨਾ। ਇਟ ਮੀਨਸ ਜਦੋਂ ਤੁਸੀਂ ਇੰਸਟਾਲਮੈਂਟਾਂ 'ਚ ਟੀਵੀ ਖਰੀਦਦੇ ਹੋ, ਉਸ ਟਾਈਮ ਤੁਹਾਨੂੰ 4,000 ਵਿਆਜ ਨਹੀਂ ਪੈਂਦਾ, ਉਸ ਟਾਈਮ ਤੁਹਾਨੂੰ 4,000 ਵਿਆਜ ਨਹੀਂ ਪੈਂਦਾ। ਇਹ ਗੱਲ ਤੁਸੀਂ ਆਪਣੇ ਦਿਮਾਗ 'ਚ ਫਿੱਟ ਕਰ ਲਓ। ਕੀ ਫਿੱਟ ਕਰੋ ਤੁਸੀਂ ਆਪਣੇ ਦਿਮਾਗ 'ਚ? ਕਿ ਤੁਸੀਂ 10,000 ਰੁਪਏ ਦਾ ਟੀਵੀ ਖਰੀਦਿਆ, 10,000 ਰੁਪਏ ਦਾ ਤੁਸੀਂ ਟੀਵੀ ਖਰੀਦਿਆ, ਉਹਦੇ ਤੇ 10% ਪ੍ਰਤੀ ਸਾਲ ਵਿਆਜ ਆ। 4 ਸਾਲਾਂ ਦੀਆਂ ਤੁਸੀਂ ਪਹਿਲੇ ਸਾਲ ਦੇ ਐਂਡ ਤੇ, ਦੂਜੇ ਸਾਲ ਦੇ ਐਂਡ ਤੇ, ਤੀਜੇ ਸਾਲ ਦੇ ਐਂਡ ਤੇ ਚੌਥੇ ਸਾਲ ਦੇ ਐਂਡ ਤੇ 4 ਕਿਸ਼ਤਾਂ ਕਰਾਈਆਂ। ਇਹ ਕਿਸ਼ਤਾਂ ਦੀ ਇੱਕ ਖਾਸੀਅਤ ਹੋਊਗੀ ਕਿ ਇੱਥੇ ਤੁਸੀਂ ਕੁਝ ਪੈਸਾ ਦਿੱਤਾ, ਕੁਝ ਪੈਸਾ ਇੱਥੇ ਦਿੱਤਾ, ਕੁਝ ਇੱਥੇ ਦਿੱਤਾ ਤੇ ਕੁਝ ਇੱਥੇ ਦਿੱਤਾ। ਜੋ ਵੀ ਤੁਸੀਂ ਕਿਸ਼ਤਾਂ ਦੇ ਵਿੱਚ ਪੈਸਾ ਦਿੱਤਾ ਹੋਊਗਾ, ਕਿਸ਼ਤਾਂ ਵਿੱਚ ਟੋਟਲ ਪੈਸਾ ਜੋ ਵਾਪਸ ਕੀਤਾ ਉਹ 10,000 ਤੋਂ ਤਾਂ ਪੱਕਾ ਵੱਧ ਹੋਊਗਾ, ਕਿਉਂਕਿ ਕੁਛ ਤਾਂ ਲੋਨ ਦੇਣਾ ਪਊਗਾ। ਪਰ ਜੇ ਤੁਸੀਂ 10,000 ਤੇ 10% ਕੱਢ ਕੇ ਵਿਆਜ ਲਾਓ ਤਾਂ ਵਿਆਜ ਸਮੇਤ ਇਕੱਠਾ 4 ਸਾਲਾਂ ਬਾਅਦ ਮੋੜਦੇ ਤਾਂ ਕਿੰਨਾ ਮੋੜਨਾ ਪੈਣਾ ਸੀਗਾ? 14,000। ਇਹ 14,000 ਤੋਂ ਘੱਟ ਹੋਊਗਾ ਕਿਤੇ ਵਿੱਚ। ਸੋ ਇਹ ਪੈਸਾ 10,000 ਤੋਂ ਲੈ ਕੇ 14,000 ਦੇ ਵਿੱਚ ਕਿਤੇ ਫਿੱਟ ਕਰਦਾ ਹੋਊਗਾ। ਹੁਣ ਇਹ 10 ਤੋਂ ਲੈ ਕੇ 14 ਦੇ ਵਿੱਚ, ਇਸੇ ਕਰਕੇ ਜੇ ਤਾਂ ਤੁਸੀਂ 10,000 ਦਾ ਟੀਵੀ ਲਿਆ ਤੇ ਸਾਰੇ ਪੈਸੇ 4 ਸਾਲ ਬਾਅਦ ਮੋੜੇ 10% ਸਧਾਰਨ ਵਿਆਜ ਤੇ 4 ਸਾਲਾਂ ਬਾਅਦ ਤਾਂ 14,000 ਮੋੜੋਗੇ। ਮੌਕੇ ਤੇ ਹੀ ਦੇਤੇ ਤਾਂ 10,000 ਦਓਗੇ। ਜੇ ਕਿਸ਼ਤਾਂ ਵਿੱਚ ਦਓਗੇ ਤਾਂ ਉਹ ਰਕਮ 10 ਤੇ 14 ਦੇ ਵਿੱਚ ਕਿਤੇ 11.5 12 ਦੇ ਗੇੜ 'ਚ ਖੜੂਗੀ ਆ ਕੇ, ਉਹੀ ਕੱਢਣੀ ਆ। ਤੁਸੀਂ ਕਹੋਗੇ ਇੱਦਾਂ ਕਿਉਂ? ਇੱਦਾਂ ਇਸ ਕਰਕੇ ਹੋਇਆ ਕਿ ਪਹਿਲੇ ਸਾਲ, ਦੂਜੇ ਸਾਲ, ਤੀਜੇ ਸਾਲ ਤੇ ਚੌਥੇ ਸਾਲ ਜੋ ਤੁਸੀਂ ਮੋੜਿਆ, ਪਹਿਲੇ ਸਾਲ ਜੋ ਤੁਸੀਂ ਮੋੜਤਾ, ਮੰਨ ਲਓ ਤੁਸੀਂ X ਰੁਪਏ ਦੀ ਮੋੜ ਤੇ ਪਹਿਲੇ ਸਾਲ,
ਤਾਂ ਜੋ ਤੁਹਾਡਾ ਅਗਲੇ ਸਾਲ ਮੂਲਧਨ ਰਹਿ ਗਿਆ ਉਹ 10,000 ਚੋਂ x ਤਾਂ ਮੋੜ ਹੀ ਦਿੱਤਾ, ਤੇ ਅਗਲੇ ਸਾਲਾਂ ਦਾ ਜਿਹੜਾ ਵਿਆਜ ਆ ਉਹ ਸਿਰਫ 10,000 ਮਾਈਨਸ x, ਜੇ ਉਹਦੇ ਚੋਂ 2,500 ਕੁਛ ਵੀ ਮੋੜਤਾ ਯਾਰ, ਕੁਛ ਵੀ ਇੰਨੇ ਤੇ ਲੱਗਣਾ ਹੈ। ਇੱਕ ਕਿਸ਼ਤ ਹੋਰ ਮੋੜਤੀ, ਜੋ ਬਚਿਆ ਅਗਲੇ ਸਾਲ ਦਾ ਵਿਆਜ ਉਹਦੇ ਤੇ ਲੱਗਣਾ ਹੈ, ਅਗਲੇ ਸਾਲ ਦਾ ਸਿਰਫ ਉਹਦੇ ਤੇ ਲੱਗਣਾ ਜੋ ਬਚਿਆ, ਤਾਂ ਤੁਹਾਡਾ ਵਿਆਜ ਵੀ ਘਟਦਾ ਜਾਂਦਾ ਹੈ। ਸੋ ਇਸ ਕਰਕੇ ਤੁਹਾਨੂੰ ਜਿਹੜਾ ਟੋਟਲ ਵਿਆਜ ਪੇ ਕਰਨਾ ਪੈਂਦਾ ਹੈ ਜਾਂ ਭਰਨਾ ਪੈਂਦਾ ਹੈ, ਉਹ ਵੈਸੇ ਤਾਂ ਜੇ 4 ਸਾਲਾਂ ਦੇ ਅੰਤ ਤੇ ਹੀ ਸਾਰੇ ਪੈਸੇ ਮੋੜਦੇ ਤਾਂ 4,000 ਹੁੰਦਾ, ਹੁਣ ਉਹ 4,000 ਤੋਂ ਕੁਛ ਘੱਟ ਹੀ ਰਹੂਗਾ। ਮੰਨ ਲਓ ਉਹ 2,800 ਹੀ ਬਣਿਆ ਤਾਂ ਜਾਂ 2,500 ਹੀ ਬਣਿਆ ਤਾਂ 10,000 ਪਲੱਸ ਮੰਨ ਲਓ ਉਹ ਸਿਰਫ 12,500 ਹੀ ਤੁਹਾਨੂੰ TV ਇੰਨੇ ਦਾ ਪਿਆ। ਹੁਣ ਇਹ ਕਹਾਣੀ ਕਲੀਅਰ ਹੋ ਗਈ, ਸਾਨੂੰ ਇਹ ਤਾਂ ਸਮਝ ਆ ਗਿਆ ਕਿ ਸਿੰਪਲ ਇੰਟਰਸਟ 'ਚ ਕੁਛ ਐਵੇਂ ਦਾ ਝੋਲ ਹੁੰਦਾ ਹੈ। ਫਿਰ ਸਿੰਪਲ ਇੰਟਰਸਟ 'ਚ ਜੋ ਪੈਸੇ ਸਵਾਲ ਆਉਂਦੇ ਆ ਸਰ, ਫਿਰ ਉਹਨਾਂ ਨੂੰ ਕੱਢਣ ਦਾ ਟੈਕਨੀਕ ਵੀ ਦੱਸੋ ਨਾ ਤੁਸੀਂ। ਅਸੀਂ ਕਿਵੇਂ ਸਿਰਫ ਥਿਊਰੀ ਸਮਝ ਕੇ ਜਾਂ ਕਨਸੈਪਟ ਸਮਝ ਕੇ ਤਾਂ ਨਹੀਂ ਅੱਗੇ ਜਾਣ ਲੱਗੇ, ਸਾਨੂੰ ਥਿਊਰੀ ਵੀ ਸਮਝ ਆਉਣੀ ਚਾਹੀਦੀ ਹੈ। ਹੁਣ ਥਿਊਰੀ ਸਮਝਾਉਣ ਵਾਸਤੇ ਮੈਂ ਇੱਕ ਕਲਪਨਾ ਕਰ ਰਿਹਾ, ਤੁਸੀਂ ਆਪਣੇ ਆਪ ਨੂੰ ਦੁਕਾਨਦਾਰ ਦੀ ਜਗ੍ਹਾ 'ਤੇ ਰੱਖ ਕੇ ਦੇਖਣਾ ਹੈ। ਹੁਣ ਗੌਰ ਕਰਿਓ, ਤੁਸੀਂ ਆਪਣੇ ਆਪ ਨੂੰ ਦੁਕਾਨਦਾਰ ਦੀ ਜਗ੍ਹਾ 'ਤੇ ਰੱਖ ਕੇ ਦੇਖਣਾ ਹੈ। 10,000 ਦਾ TV, 10% ਵਿਆਜ, 4 ਸਾਲਾਂ ਲਈ 4 ਕਿਸ਼ਤਾਂ ਨੇ, 10% ਸਾਲਾਨਾ ਪਰ ਐਨਮ ਵਿਆਜ। ਹੁਣ ਦੇਖੋ, ਤੁਸੀਂ ਇਹਨੂੰ ਜਿਸ ਦਿਨ TV ਖਰੀਦਿਆ ਉਸ ਤੋਂ ਅਗਲੇ ਸਾਲ ਫਲਾਣੀ ਤਰੀਕ ਨੂੰ ਅਗਲੇ ਸਾਲ ਉਸੇ ਤਰੀਕ ਨੂੰ ਪਹਿਲੀ ਕਿਸ਼ਤ ਮੋੜੀ, ਉਸ ਤੋਂ ਅਗਲੇ ਸਾਲ ਦੂਜੀ ਕਿਸ਼ਤ, ਅਗਲੇ ਸਾਲ ਤੀਸਰੀ ਕਿਸ਼ਤ ਤੇ ਅਗਲੇ ਸਾਲ ਚੌਥੀ ਕਿਸ਼ਤ ਮੋੜੀ। ਤੁਸੀਂ 4 ਕਿਸ਼ਤਾਂ ਮੋੜੀਆਂ, x x x x ਪਹਿਲੇ ਸਾਲ ਦੇ ਐਂਡ 'ਚ ਜਾਂ ਦੂਜੇ ਸਾਲ ਦੇ ਅੰਤ 'ਚ, ਤੀਸਰੇ ਸਾਲ ਦੇ ਅੰਤ 'ਚ, ਚੌਥੇ ਸਾਲ ਦੇ ਅੰਤ 'ਚ 4 ਕਿਸ਼ਤਾਂ ਮੋੜੀਆਂ। ਠੀਕ ਆ, ਤੁਸੀਂ ਨਹੀਂ ਮੋੜੀਆਂ, ਤੁਹਾਨੂੰ ਕਿਸੇ ਨੇ ਮੋੜੀਆਂ, ਕਿਉਂਕਿ ਤੁਸੀਂ ਆਪਣੇ ਆਪ ਨੂੰ ਦੁਕਾਨਦਾਰ ਦੀ ਜਗ੍ਹਾ 'ਤੇ ਰੱਖਣਾ ਹੈ। ਹੁਣ ਆਖਰ ਤੁਸੀਂ ਕਿਵੇਂ ਹਿਸਾਬ ਲਾਓਗੇ ਕਿ ਟੋਟਲ ਤੁਸੀਂ ਕਿੰਨਾ ਪੈਸਾ ਜਾਂ ਕਿੰਨਾ ਕਰਜ਼ਾ ਤੁਹਾਡਾ ਬਣਿਆ, ਟੋਟਲ ਕਿੰਨਾ ਕਰਜ਼ਾ ਬਣਿਆ, ਤਾਂ ਤੁਸੀਂ ਕਹੋਗੇ ਕਿ ਸਰ 4 ਤਾਂ ਹੋ ਗਈਆਂ ਬਰਾਬਰ ਕਿਸ਼ਤਾਂ। ਇੱਕ ਬੰਦਾ ਆਇਆ ਪਹਿਲੇ ਸਾਲ ਦੇ ਅੰਤ 'ਚ ਮੈਨੂੰ ਪੈਸੇ ਦੇ ਗਿਆ, ਠੀਕ ਹੈ ਜੀ, ਪਹਿਲੀ ਕਿਸ਼ਤ ਪਾ ਦੇ ਗਿਆ। ਮੈਂ ਦੁਕਾਨਦਾਰ ਆ, ਮੈਂ ਚੱਕੀ ਸਕੂਟੀ ਤੇ ਜਾ ਕੇ ਫਲਾਣੇ ਬੈਂਕ 'ਚ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਜਾ ਕੇ ਪੈਸੇ ਜਮ੍ਹਾਂ ਕਰਾਤੇ ਪਹਿਲੀ ਕਿਸ਼ਤ ਦੇ, ਤਾਂ ਮੈਨੂੰ ਕੀ ਫਾਇਦਾ ਹੋਇਆ? ਕਿਉਂਕਿ ਓਬਵੀਅਸ ਜੀ ਗੱਲ ਆ, ਤੁਸੀਂ ਤਾਂ ਇਹ ਕਹੋਗੇ ਨਾ ਕਿ ਤੁਹਾਡੇ ਕਿੰਨੇ ਪੈਸੇ ਬਣੇ ਆ, ਤੁਸੀਂ ਉਹਦੇ ਤੋਂ ਕੀ, ਜੋ ਤੁਸੀਂ ਉਹ ਤੋਂ ਬੰਦੇ ਤੋਂ ਉਨੇ ਹੀ ਪੈਸੇ ਲਓਗੇ ਨਾ। ਮੰਨ ਲਓ ਜਿੰਨੇ ਪੈਸੇ ਤੁਸੀਂ ਬੰਦੇ ਤੋਂ ਲਏ ਉਨੇ ਦਾ ਹੀ ਬੈਂਕ ਲੋਨ ਕਰਦਾ ਹੈ, ਉਨੇ ਹੀ ਉਹ ਤੁਹਾਨੂੰ ਭਾਵੇਂ ਤੁਹਾਡੇ ਤੋਂ ਕਿਸ਼ਤਾਂ ਕਰਾ ਗਿਆ, ਤੁਸੀਂ ਤਾਂ ਬੈਂਕ ਤੋਂ ਹੀ ਕਰਵਾ ਕੇ ਦੇਣੀ ਸੀ ਉਹਨੂੰ ਕਿਸ਼ਤ, ਆਪਾਂ ਬਜਾਜ ਫਾਈਨਾਂਸ ਵਗੈਰਾ। ਪਹਿਲੇ ਸਾਲ ਦੇ ਅੰਤ 'ਚੋਂ ਬੰਦਾ ਪਹਿਲੀ ਕਿਸ਼ਤ ਲੈ ਕੇ ਆਇਆ x ਰੁਪਏ, ਤੁਸੀਂ ਕਿਹਾ ਲੈ ਬਈ ਚੱਕ x ਰੁਪਏ, ਤੇ ਨਾਲ ਪਹਿਲਾ ਸਾਲ ਬੀਤ ਚੁੱਕਿਆ ਹੈ, ਪਹਿਲੇ ਸਾਲ ਦੇ ਐਂਡ 'ਚ ਕਿਸ਼ਤ ਲੈ ਕੇ ਆਊਗਾ, ਤੇ ਕਹਿੰਦਾ ਇਸ x ਤੇ ਅਗਲੇ 3 ਸਾਲਾਂ ਦਾ ਜੋ ਵੀ ਤੇਰਾ ਰੇਟ ਆਫ ਇੰਟਰਸਟ ਚੱਲ ਰਿਹਾ ਹੈ ਉਹਦਾ ਵਿਆਜ। ਕੋਈ ਡਾਊਟ? ਬਿਲਕੁਲ ਵੀ ਨਹੀਂ। ਫਿਰ 1 ਸਾਲ ਬਾਅਦ, ਕਿਉਂਕਿ 1 ਸਾਲ ਤੋਂ ਬਾਅਦ 1 2 3 ਸਾਲਾਂ ਦਾ ਵਿਆਜ ਹੀ ਪਊਗਾ, ਕਿ ਮੈਂ ਇਹ ਕਿਸ਼ਤ ਬੈਂਕ 'ਚ ਜਮ੍ਹਾਂ ਕਰਾਤੀ ਜਾ ਕੇ, ਠੀਕ ਆ, ਇੱਕ ਤਾਂ ਮੈਨੂੰ ਪੈਸੇ ਮਿਲ ਗਏ ਤੇਰੀ ਕਿਸ਼ਤ ਦੇ, ਤੇ ਹੁਣ ਮੈਂ ਤਾਂ 4 ਸਾਲ ਬਾਅਦ ਜਦੋਂ ਤੇਰੇ ਕੋਲ ਪੈਸੇ ਲੈਣੇ ਸੀਗੇ ਤਾਂ ਪਹਿਲੇ ਸਾਲ ਮੈਂ ਬੈਂਕ 'ਚ ਨਾਲ ਦੀ ਨਾਲ ਹੀ ਜਮ੍ਹਾਂ ਕਰਾਤੇ ਆ ਜਾ ਕੇ, ਮੈਨੂੰ ਇੱਕ ਤਾਂ ਬੈਂਕ 'ਚ ਮੈਨੂੰ ਬਾਅਦ 'ਚ ਮੈਨੂੰ ਪੈਸੇ ਮਿਲਣਗੇ ਜੋ ਪਹਿਲੀ ਕਿਸ਼ਤ ਆ, ਤੇ ਇੱਕ ਮੈਨੂੰ 3 ਸਾਲਾਂ ਦਾ ਵਿਆਜ ਮਿਲੂਗਾ। ਤਿੰਨਾਂ ਦਾ ਕਿਉਂ ਮਿਲੂਗਾ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਪਹਿਲੇ ਸਾਲ ਦੇ ਅੰਤ ਤੇ ਮਿਲੇ, ਦੂਜਾ, ਤੀਜਾ ਤੇ ਚੌਥੇ ਦੇ ਅੰਤ ਤੱਕ ਸਾਰਾ ਹਿਸਾਬ ਬਰਾਬਰ। ਦੂਜੇ ਸਾਲ ਤੁਸੀਂ ਕਿਸ਼ਤ, ਕੋਈ ਬੰਦਾ ਤੁਹਾਡੇ ਕੋਲ ਕਿਸ਼ਤ ਚੁਕਾਉਣ ਗਿਆ, ਤੁਸੀਂ ਕਿਹਾ ਕਿ ਆਹ ਚੱਕ, ਮੈਂ ਨਾਲ ਦੀ ਨਾਲ ਭੱਜਾ ਗਿਆ ਬੈਂਕ 'ਚ ਜਮ੍ਹਾਂ ਕਰਾਤੇ, ਉਹਨੇ ਮੈਨੂੰ ਆਹ ਦੇਤਾ। ਤੀਸਰੇ ਸਾਲ ਮੈਂ ਜਮ੍ਹਾਂ ਕਰਾਉਣ ਗਿਆ x ਕਿਸ਼ਤ ਦੇ ਨਾਲ ਵਿਆਜ 1 ਸਾਲ ਬਾਅਦ ਦਾ, ਕਿਉਂਕਿ ਤੀਜੇ ਸਾਲ ਸਿਰਫ, ਚੌਥੇ ਸਾਲ ਤੁਹਾਨੂੰ ਸਿਰਫ ਤੇ ਸਿਰਫ ਕਿਸ਼ਤ ਮਿਲੀ ਆ, ਕਿਉਂਕਿ ਚੌਥੇ ਸਾਲ ਤਾਂ ਤੁਸੀਂ ਸਾਰੇ ਪੈਸੇ ਜੋ ਬੈਂਕ 'ਚ ਸੀ, ਭਾਵੇਂ ਤੁਸੀਂ ਬੈਂਕ 'ਚ ਰੱਖੋ, ਪਰ ਤੁਹਾਡੀ ਉਸ ਬੰਦੇ ਨਾਲ ਡੀਲ ਮੁੱਕ ਗਈ। ਇਟ ਮੀਨਸ ਜੇ ਤੁਸੀਂ 4 ਸਾਲ ਬਾਅਦ ਉਹ ਬੰਦੇ ਤੋਂ ਪੈਸੇ ਲੈਂਦੇ ਤਾਂ ਤੁਹਾਨੂੰ ਨਾਲ ਵਿਆਜ ਮਿਲਣਾ ਚਾਹੀਦਾ ਸੀ। ਇੱਕ ਹੀ ਪਹਿਲਾ ਸਾਲ ਦੀ ਕਿਸ਼ਤ ਪਲੱਸ ਉਹਦਾ ਵਿਆਜ, ਦੂਜੇ ਸਾਲ ਦੀ ਕਿਸ਼ਤ ਪਲੱਸ ਉਹਦਾ ਅਗਲੇ
ਪਹਿਲੇ ਸਾਲ ਦੀ ਕਿਸ਼ਤ, ਉਸ ਤੋਂ ਬਾਅਦ 3 ਸਾਲਾਂ ਦਾ ਵਿਆਜ, ਦੂਜੇ ਸਾਲ ਦੀ ਕਿਸ਼ਤ ਪਲੱਸ ਮਗਰ ਬਚੇ 2 ਸਾਲਾਂ ਦਾ ਵਿਆਜ, ਤੀਜੇ ਸਾਲ ਦੀ ਕਿਸ਼ਤ ਪਲੱਸ 1 ਸਾਲ ਦਾ ਵਿਆਜ, ਚੌਥੇ ਸਾਲ ਦੀ ਕਿਸ਼ਤ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਨਾਲ ਵਿਆਜ ਮਿਲੂਗਾ? ਮੈਂ ਕਿੱਡੀ ਵਧੀਆ ਐਗਜ਼ਾਮਪਲ ਦਿੱਤੀ ਕਿ ਤੁਸੀਂ ਨਾਲ ਦੀ ਨਾਲ ਭੱਜ ਕੇ ਜਾਓ, ਤੁਸੀਂ ਦੁਕਾਨਦਾਰ ਹੋ, ਜਾ ਕੇ ਬੈਂਕ 'ਚ ਪੈਸੇ ਜਮ੍ਹਾਂ ਕਰਾਓ, ਤੁਹਾਨੂੰ ਆਪੇ ਸਮਝ ਲਾ ਜੂਗੀ ਇਹ ਕਨਸੈਪਟ ਹੁੰਦਾ। ਇਟ ਮੀਨਸ ਫਾਰਮੂਲਾ ਕੀ ਬਣਿਆ ਕਿ 4 ਤਾਂ ਕਿਸ਼ਤਾਂ ਨੇ, x ਪਲੱਸ x ਪਲੱਸ x ਪਲੱਸ x, 4 ਤਾਂ ਕਿਸ਼ਤਾਂ ਨੇ, ਜਮ੍ਹਾਂ x ਵੀ ਇਹਦੇ ਚੋਂ ਤੇ ਇਹਦੇ ਚੋਂ, x ਵੀ ਕਾਮਨ ਆ, ਗੁਣਾ ਆ ਜਿਹੜਾ 10% ਦਾ ਰੇਟ ਆਫ ਇੰਟਰਸਟ r ਵੀ ਕਾਮਨ ਆ, r ਵੀ ਕਾਮਨ ਆ ਕਿਉਂਕਿ ਤਿੰਨਾਂ ਦੇ ਵਿੱਚ, ਇਹਦੇ 'ਚ ਵੀ 10 ਇਹਦੇ 'ਚ ਵੀ, ਉਹਨੂੰ ਮੈਂ r ਹੀ ਕਹਿਤਾ, ਰੇਟ ਆਫ ਇੰਟਰਸਟ ਵਿਆਜ ਦੀ ਦਰ, ਬਟੇ 'ਚ 100 ਵੀ ਕਾਮਨ ਆ, ਗੁਣਾ ਜੇ 4 ਸਾਲਾਂ ਦਾ ਹਿਸਾਬ ਸੀਗਾ, ਇੱਥੇ ਕੀ ਆ ਰਿਹਾ ਹੈ 3, ਇੱਥੇ ਕੀ ਆ ਰਿਹਾ 2, ਇੱਥੇ ਕੀ ਆ ਰਿਹਾ ਹੈ 1 ਆ ਰਿਹਾ ਹੈ, ਤਾਂ ਬ੍ਰੈਕਟ ਦੇ ਵਿੱਚ 3 ਜਮਾ 2 ਜਮਾ 1, ਇਹ ਟੋਟਲ ਡੈਟ, ਇਹਨੂੰ ਕਹਿੰਦੇ ਆ ਟੋਟਲ ਡੀ, ਡੈਟ ਦਾ ਮਤਲਬ ਕਰਜ਼ਾ, ਪੰਜਾਬੀ ਬਣਦੀ ਆ ਕਰਜ਼ੇ ਦਾ ਕੱਕਾ ਬਰਾਬਰ ਹੈ 4 ਗੁਣਾ ਕਿਸ਼ਤ, ਕਿਸ਼ਤ ਦਾ ਮੰਮਾ ਕਿਸ਼ਤ ਨੂੰ ਐਵੇਂ ਪਾ ਦਿਓ ਕੱਕੇ ਨੂੰ ਸਿਹਾਰੀ, ਪਲੱਸ x ਕਿਸ਼ਤ ਗੁਣਾ ਵਿਆਜ ਗੁਣਾ ਬਟੇ 100, ਤੇ ਬ੍ਰੈਕਟ ਦੇ ਵਿੱਚ ਜੇ 4 ਸਾਲ ਆ 3 ਜਮਾ 2 ਜਮਾ 1, ਜੇ 5 ਸਾਲ ਆ 4 ਜਮਾ 3 ਜਮਾ 2 ਜਮਾ 1। ਸਟੈਂਡਰਡ ਪ੍ਰੋਟੋਕਾਲ ਤਿਆਰ ਹੋ ਗਿਆ, ਜਿਹੜਾ ਮੈਂ ਫਾਰਮੂਲਾ ਤਿਆਰ ਕੀਤਾ ਉਹਦੇ ਮਗਰ ਦੀ ਇੱਕ ਕਹਾਣੀ ਸੀ, ਤੇ ਜੇ ਉਹ ਕਹਾਣੀ ਸਮਝ ਹੀ ਨਹੀਂ ਆਈ ਫਿਰ ਕੀ ਫਾਇਦਾ ਹੋਊਗਾ। ਸੋ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਨੂੰ ਸਿੰਪਲ ਇੰਟਰਸਟ ਨਾਲ ਸੰਬੰਧਿਤ ਜਿਹੜੀ ਉਹ ਕਹਾਣੀ ਸੀ, ਜੇ ਉਹ ਸਮਝ ਆ ਗਈ, ਦੇਖੋ ਕੰਪਾਊਂਡ ਇੰਟਰਸਟ ਹੋਵੇ, ਸਿੰਪਲ ਇੰਟਰਸਟ ਹੋਵੇ, ਮਸਲਾ ਕੋਈ ਨਹੀਂਗਾ, ਮਸਾਇਲ ਕੋਈ ਨਹੀਂ ਕਿ, ਰੌਲਾ ਸਿਰਫ ਇਹ ਆ ਕਿ ਇੰਸਟਾਲਮੈਂਟਸ ਦਾ ਕਨਸੈਪਟ ਇੱਕ ਵਾਰ ਦੁਬਾਰਾ ਫੇਰ ਦੇਖਿਓ, ਤੁਹਾਨੂੰ ਆਪੇ ਸਮਝ ਆ ਜਾਣਾ। ਆ ਜਾਓ, ਜੇ ਤੁਹਾਨੂੰ ਸਵਾਲ ਸਮਝ ਆ ਗਿਆ ਤਾਂ ਆਪਾਂ ਇੱਕ ਇੱਕ ਕਰਕੇ ਸਵਾਲ ਹੱਲ ਕਰਦੇ ਹਾਂ, ਠੀਕ ਆ। ਮਤਲਬ ਕਿ ਸਿੰਪਲ ਇੰਟਰਸਟ ਦੇ 2 4 5 7 ਜਿੰਨੇ ਵੀ ਸਵਾਲ ਹੋਣਗੇ, ਫਿਰ ਤੁਸੀਂ ਮੈਨੂੰ ਦੱਸਿਓ ਕਿ ਸਰ ਤੁਹਾਨੂੰ ਕੰਪਾਊਂਡ ਇੰਟਰਸਟ ਵਾਲਾ ਵੀ ਵੀਡੀਓ ਚਾਹੀਦੀ ਆ, ਤੇ ਆਪਾਂ ਉਹਦੇ 'ਤੇ ਵੀ ਡੈਫੀਨੇਟਲੀ ਕੰਮ ਕਰਾਂਗੇ, ਠੀਕ ਆ। ਆ ਜਾਓ, ਤਾਂ ਕਹਿੰਦੇ ਵਟ ਇਨ ਐਨੂਅਲ ਇੰਸਟਾਲਮੈਂਟ ਕਿੰਨੀਆਂ, ਸੌਰੀ ਗੁਰਦਿੱਤ ਦੀ ਗਲਤੀ ਆ ਸਭੇ, ਕਿੰਨੀਆਂ ਸਾਲਾਨਾ ਕਿਸ਼ਤਾਂ 14% ਸਧਾਰਨ ਵਿਆਜ ਦੀ ਦਰ ਤੇ 4 ਸਾਲਾਂ ਵਿੱਚ ਬਕਾਇਆ 21780 ਦਾ ਕਰਜ਼ਾ ਅਦਾ ਕਰੇਗੀ। ਕਹਾਣੀ ਬਹੁਤ ਸਿੰਪਲ ਆ, ਕਹਿੰਦਾ 4 ਸਾਲਾਂ ਦੇ ਵਿੱਚ 14% ਐਨੂਅਲ ਰੇਟ ਆਫ ਇੰਟਰਸਟ ਆ, ਮਤਲਬ ਕਿ 14% ਸਾਲਾਨਾ ਦਰ 4 ਸਾਲਾਂ ਦੇ ਵਿੱਚ। ਤੁਸੀਂ ਕਹੋਗੇ, ਤੁਸੀਂ ਮੰਨ ਲਓ 1 2 3 ਤੇ 4, ਇੱਕ ਪਹਿਲੇ ਸਾਲ ਜੋ ਕਿਸ਼ਤ ਮੋੜਨੀ ਆ ਉਹ x ਆ, ਪਲੱਸ ਜਦੋਂ ਤੁਸੀਂ ਪਹਿਲੇ ਸਾਲ ਕਿਸੇ ਨੇ ਕਿਸ਼ਤ ਮੋੜੀ, ਤੁਸੀਂ ਦੁਕਾਨਦਾਰ ਹੋ, ਤੁਸੀਂ ਭੱਜੇ ਗਏ 1 ਸਾਲ ਬਾਅਦ ਜੋ ਕਿਸ਼ਤ ਮੁੜੀ ਆ ਤੁਹਾਨੂੰ, ਤੁਸੀਂ ਕਿਹਾ ਜਿੰਨਾ ਚਿਰ ਮੇਰੇ ਕੋਲ ਟੋਟਲ ਪੈਸੇ ਨਹੀਂ ਆਉਂਦੇ ਮੈਂ ਇਹਨੂੰ ਬੈਂਕ 'ਚ ਜਮ੍ਹਾਂ ਕਰਾ ਦਾਂ, ਮੇਰੇ ਪੈਸੇ ਨਾ ਵੇਸਟ ਹੋ ਜਾਣ। ਤਾਂ ਬੈਂਕ 'ਚ ਗਏ 1 ਸਾਲ ਤੋਂ ਬਾਅਦ, ਪਹਿਲੀ 1 ਸਾਲ ਬੀਤ ਚੁੱਕਿਆ ਹੈ, ਤਾਂ ਬੈਂਕ ਨੇ ਕਿਹਾ ਯਾਰ ਜੇ ਤੂੰ ਅਗਲੇ ਤੇਰੀਆਂ ਕਿਸ਼ਤਾਂ 4 ਸਾਲਾਂ ਦੀਆਂ, ਪਹਿਲੇ ਸਾਲ ਦਾ ਐਂਡ ਹੋ ਗਿਆ ਆ, ਤੈਨੂੰ ਅਸੀਂ 3 ਸਾਲਾਂ ਵਾਸਤੇ ਇਸੇ ਵਿਆਜ ਦਰ 'ਤੇ ਪੈਸੇ ਜਮ੍ਹਾਂ ਕਰ ਲੈਂਦੇ ਆ। ਅਗਲੇ ਸਾਲ ਫਿਰ ਤੂੰ x ਕਿਸ਼ਤ ਲੈ ਕੇ ਗਿਆ ਜੀ, ਫਿਰ ਉਹਨੇ ਜਿੰਨਾ ਵੀ ਤੁਹਾਡਾ ਵਿਆਜ ਆ 14 2 ਸਾਲਾਂ ਵਾਸਤੇ ਦੇ ਤੇ, ਪਲੱਸ ਫਿਰ x ਇੰਟੂ 14 ਇੰਟੂ 1/100 ਪਲੱਸ ਲਾਸਟ 'ਚ ਕੱਲੀ ਕਿਸ਼ਤ ਆ ਗਈ x x x ਤੇ x, ਇਹ ਬਣ ਗਿਆ ਜੀ ਆਪਣੇ ਕੋਲ 4 ਗੁਣਾ x, ਪਲੱਸ ਜੋ x ਗੁਣਾ ਵਿਆਜ ਦਰ ਆ ਬਟੇ 'ਚ 100 ਆ, ਗੁਣਾ ਕੀ ਰਹਿ ਗਿਆ ਆਪਣੇ ਕੋਲ 3 2 ਤੇ 1, ਆ ਚੱਕੋ ਜੀ। ਇਹੀ ਉਹ ਟੋਟਲ ਕਰਜ਼ਾ ਹੁੰਦਾ ਹੈ ਜਿਹੜਾ ਆਪਾਂ ਮੋੜਨਾ ਹੁੰਦਾ ਹੈ। ਤੇ ਕਹਿੰਦਾ ਕਰਜ਼ਾ ਮੋੜਨਾ ਕਿੰਨਾ ਸੀ ਆਪਾਂ, ਕਰਜ਼ਾ ਮੋੜਨਾ ਕਿੰਨਾ ਸੀ ਆਪਾਂ, ਕਰਜ਼ਾ ਮੋੜਨਾ ਸੀ 21780 ਰੁਪਏ ਦਾ। ਆਪਾਂ ਆਹ ਫਾਰਮੂਲਾ ਭਾਵੇਂ ਇਹਨੂੰ ਕਨਸੈਪਟ ਸਮਝ ਲਓ ਤੇ ਭਾਵੇਂ ਇਹਨੂੰ ਸਮਝ ਲਓ ਫਾਰਮੂਲਾ, ਮੈਨੂੰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕਨਸੈਪਟ ਕਲੀਅਰ ਹੋਵੇ। ਅੱਜ ਤੋਂ ਬਾਅਦ ਮੰਨ ਲਓ 5 ਕਿਸ਼ਤਾਂ ਹੋਣਗੀਆਂ, ਇੱਥੇ 5 ਆ ਜਾਊਗਾ, ਰੇਟ ਆਫ ਇੰਟਰਸਟ 20% ਹੋਊਗਾ, ਇੱਥੇ 20 ਆ ਜਾਊਗਾ, ਤੇ ਇੱਥੇ ਆ ਜਾਊਗਾ 4 ਜਮਾ 3 ਜਮਾ 2 ਜਮਾ 1।
7 ਕਿਸ਼ਤਾਂ ਹੈ, ਇੱਥੇ ਆ ਜਾਊਗਾ 6 ਜਮਾ 5 ਜਮਾ 4 ਜਮਾ 3 ਜਮਾ 2 ਜਮਾ 1। 2 ਕਿਸ਼ਤਾਂ ਹੈ, ਇੱਥੇ ਆ ਜਾਊਗਾ 1। ਹੁਣ ਮੈਂ ਸਮਝਾਉਣਾ ਨਹੀਂ ਕਿਉਂਕਿ ਸਮਝਾਉਣ ਦਾ ਥੋੜਾ ਜਿਹਾ ਟਾਈਮ ਹੁੰਦਾ, ਬਸ ਉਨੇ 'ਚ ਆਪਾਂ ਨੂੰ ਸਮਝ ਆ ਗਿਆ ਤਾਂ ਵਧੀਆ ਗੱਲ ਆ। 21,780 ਰੁਪਏ ਹੁੰਦਾ ਹੈ ਕਰਜ਼ਾ ਜੋ ਤੁਸੀਂ ਲਾਉਣਾ ਹੈ। ਲਾ ਦਿਓ ਵੀ ਕਰਜ਼ਾ 4x ਪਲੱਸ 4 ਤੇ 3 ਤੇ 2 5 ਤੇ 1 6 14 ਛੀਕੇ 84। ਇੱਕ ਦਾ ਤੇ 100 ਦਾ ਲਘੁੱਤਮ ਲਿਆ 100 484x ਬਟੇ 100 ਇਕੁਅਲ ਟੂ 21,780। क्रॉस मल्टीप्लाई करो, तिरछी गुणा करो, x बराबर है 21,780 गुणा 100 बटे 484। ये आ गया अपने कोल। एक मिनट दो मैनू, मैं कैलकुलेट करना कि ये कितना आ गया अपने कोल। इक्की 21,780 डिवाइड बाय 484 45। ये आ गया जी 4500। मतलब कि किश्त 4500 रुपए की बनी है जी। ये आ चको, इट मीनस किश्त का जवाब आ गया 4500 रुपए। वैरी ईजी। सो मकसद की सीगा? मकसद सी कि तुहानू पूरी स्टोरी समझ आ जाए कि जे 4 किश्तां ने तो इत्थे 3 जमा 2 जमा 1 क्यों लिखिया। दूजी गल बस फिलहाल तो यही आ, होर जे कुंडी हुई फिर मैं अगे भी समझाऊँगा, टेंशन ना लो। हर एक सवाल का मसला हल होऊगा। ठीक है, किवें? कहंदा वट एनुअल पेमेंट, उही किन्नी किश्त भरनी पऊगी। करजा डैट मतलब करजा 6528 रुपए करजा है इज इक्वल टू किन्नियां किश्तां ने 2। अच्छा 2 गुणा x प्लस x इंटू रेट ऑफ इंटरस्ट 4% बटे 100 आ, तो जे 2 आ तो ब्रैकेट च कल्ला 1 ही आऊगा। मैनू लगता ये कोई रौला ही नहीं। तो ये आ गया 6528 बराबर है 2x बटे 1 प्लस 4x बटे 100। 1 का तो 100 का लघुत्तम तो 100 ही आता है। 100 नू 1 नाल डिवाइड किया जो भी आया, आ 200x आया, आ 4x आया, आ आया 6528 तो x बराबर है, ये आ गया जी 6528 तिरछी गुणा करके 100। तुसी कहोगे 200x प्लस 4x होंदा सर 204x, x उधर ही है 204 इधर। 6528 नू 204 नाल करो, 6528 नू 204 नाल करो 32। ये आ गया जी x बराबर है 3200। ਇਹਦਾ मतलब x 3200 का मतलब कि 3200 रुपया किश्त बनी है। सवाल तो सारियां किताबां दे विच सारे यूट्यूब के चैनलों ते सेम हुंदे आ। रौला ये आ कि सानू कोई कंसैप्ट नाल समझावे। आ कंसैप्ट जिहड़ा ना साडे लई बड़ा समझण वाला जरूरी सीगा कि आखिर जे 4 आ तां 3 गुणा 2 गुणा 1 क्यों हुंदा है। होर तां मैनूं लगदा कोई कंसैप्ट हजे आया नहीं। ठीक आ, आऊगा अगे। सिंपल इंटरस्ट नाल रिलेटेड जिन्नी दुविधा हो सकदी आ सारी दूर करांगे, फिर ही कंपाउंड इंटरस्ट ते जावांगे। मकसद ये आ कि सिंपल इंटरस्ट नाल रिलेटेड पहलां तां कोई डाउट रह ही ना जावे। पूरे मैथ च अपनी कोशिश होंदी है कि जिहड़ा सबजैक्ट चैप्टर चक्कीए। ठीक है, ईवन कि कई बच्चों नूं तां मैथ बिल्कुल भी नहीं आता। यूट्यूब ते मास्टर क्लासिस पटियाला खोलो, प्ले लिस्ट च जाओ, बेसिक लाइव मैथ दीयां 10 वीडियोज़ पईयां है। जिन्होंने मैथ जमा ही नहीं आता उत्थों जाके मैथ करो। 4 जमा 7 जोड़ने भी सिखाए आ करके फिर किसी मर्जी चैनल तो जाके या किसी मर्जी का कोर्स खरीद के मैथ शुरू कर दो, तुहानूं आपे समझ आ जाऊगा। ठीक है, खैर आ जाओ। मसला हल करन तो पहला मैं तुहानूं ये दसदा कि अगस्त के महीने च असीं लास्ट च तुरे फिरदे हां। PSSB ने ग्रुप बी दीयां 345 भर्तियां जिहड़ियां ने लोकल बॉडीज़ दे विच 2015 च पेपर आया सी। पंजाब यूनीवर्सिटी चंडीगढ़ नूं दित्ता सी। चंडीगढ़ यूनीवर्सिटी दे पेपर दे विच एक पंजाब दे मालवे दे लीडर का नाम उठिया सी, जिन्हां ते ये आरोप लगे सी कि इस पेपर नूं लीक कराउण च उन्हां दा बड़ा अहम रोल सी। उस तो बाद पंजाब सरकार जिहड़ी उस टाइम की सरकार सी, जिन्हां दे मुख लीडर सी, उन्हां ने अपने लीडर ते कार्रवाई की जां नहीं वो तो नहीं पता, पर पेपर जरूर कैंसल करता सी ते पंजाब यूनीवर्सिटी चंडीगढ़ सदा लई ब्लैक लिस्ट करती सी। उस टाइम ये पेपर आया सी मुनसिपल कॉरपोरेशनां ते कौंसलां दा।
ਉਹਦੇ ਚੋਂ ਅੱਧਾ ਕੌਂਸਲਾਂ ਦਾ ਪੇਪਰ ਆ ਚੁੱਕਿਆ ਹੈ, ਕਾਰਪੋਰੇਸ਼ਨਾਂ ਦਾ ਆਉਂਦਾ ਹੀ ਹੋਣਾ ਅਗਲੇ ਹਫਤੇ, ਨਹੀਂ ਤਾਂ ਅਗਲੇ ਹਫਤੇ ਆ ਜਾਊਗਾ। ਇਹਦੇ 'ਚ ਇੱਕ ਪੋਸਟ ਬੜੀ ਕੰਮ ਦੀ ਆ, ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ। ਇਹ ਨਾਰਮਲ ਸੀਨੀਅਰ ਅਸਿਸਟੈਂਟ ਨਹੀਂ ਗੇ, ਇਹ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਆ। ਵੈਸੇ ਤਾਂ PSSB ਦਾ ਸਿਲੇਬਸ ਨੈਚੁਰਲ ਜੀ ਗੱਲ ਆ, ਨੋਰਮਲੀ ਦਊਗੀ ਜੋ ਆਮ ਹੁੰਦਾ ਹੈ, ਪਰ ਜਦੋਂ ਇਹ 2015 'ਚ ਆਇਆ ਸੀ ਨਾ, ਉਸ ਟਾਈਮ ਇਹਦੇ ਪੇਪਰ 'ਚ RTI ਰਾਈਟ ਟੂ ਸਰਵਿਸ, ਕਿਉਂਕਿ ਮੈਨੂੰ ਯਾਦ ਆ ਉਸ ਟਾਈਮ ਇਹ ਮੈਂ ਬਹੁਤ ਡਿਟੇਲ 'ਚ ਪੜ੍ਹਾਇਆ ਸੀ। ਪੰਚਾਇਤੀ ਰਾਜ ਰੂਲਸ 1994 ਕਦੀ ਸੁਣੇ ਵੀ ਨਹੀਂ ਤੁਸੀਂ। ਰਾਈਟ ਟੂ ਸਰਵਿਸ ਐਕਟ 2011, ਹੁਣ ਤਾਂ ਉਹ ਸਰਵਿਸ ਐਕਟ ਖਤਮ ਹੀ ਕਰਤਾ ਨਾ, ਉਸ ਟਾਈਮ ਹੁੰਦਾ ਸੀ ਰਾਈਟ ਟੂ ਇਨਫੋਰਮੇਸ਼ਨ RTI ਐਕਟ 2005, ਉਹਦੇ ਸਾਰੇ ਸੈਕਸ਼ਨ ਸਬ ਸੈਕਸ਼ਨਸ ਪੜ੍ਹੇ ਸੀਗੇ। ਤਾਂ ਬੜਾ ਇੰਟਰਸਟਿੰਗ ਜਿਹਾ ਮਾਹੌਲ ਸੀ ਉਹਨਾਂ ਸਮਿਆਂ 'ਚ, ਹਜੇ ਨਾ ਨਵੇਂ ਸਿਰਿਓਂ ਪੰਜਾਬ 'ਚ ਤਿਆਰੀਆਂ ਸ਼ੁਰੂ ਹੋਈਆਂ ਸੀ। ਖੈਰ ਮੈਂ ਇੰਨੀ ਕਹਾਣੀ 'ਚ ਤਾਂ ਕਾਹਨੂੰ ਪੈ ਗਿਆ। ਮੈਂ ਕਹਿੰਦਾ ਕਿ ਇਹ ਪੇਪਰ ਦੁਬਾਰਾ ਆਇਆ ਹੈ, ਗਰੁੱਪ B ਦੀਆਂ ਪੋਸਟਾਂ ਨੇ, ਅਤੇ ਉਸ ਟਾਈਮ ਇਹਦੇ 'ਚ ਮੈਨੂੰ ਲੱਗਦਾ 185-86 ਸੀਨੀਅਰ ਅਸਿਸਟੈਂਟ ਸੀ। ਪਤਾ ਨਹੀਂ ਹੁਣ ਵਧਣਗੇ ਜਾਂ ਘਟਣਗੇ, ਉਹ ਬਾਅਦ ਦੀ ਗੱਲ ਆ। ਪਰ ਇਸ ਤੋਂ ਬਿਨਾਂ ਹੋਰ ਵੀ ਗਰੁੱਪ B ਦਾ ਪੇਪਰ ਆਏ ਹੋਏ ਆ ਸੀਨੀਅਰ ਅਸਿਸਟੈਂਟ। ਯਾਦ ਰੱਖਿਓ, ਇਹ ਕੌਂਸਲ ਆ, ਇਹ ਸਰਕਾਰ ਦੇ ਮਹਿਕਮੇ ਆ। ਆਹ ਪੇਪਰ 'ਚ ਪੋਸਟਾਂ ਬੇਸ਼ੱਕ 5 ਆ, ਪਰ ਡਿਪਾਰਟਮੈਂਟ ਹੋਣ ਕਰਕੇ ਇੰਪੋਰਟੈਂਟ ਬਹੁਤ ਨੇ। ਇਹ ਮੋਸਟ ਇੰਪੋਰਟੈਂਟ ਪੋਸਟਾਂ ਮੰਨਦਾ ਮੈਂ। ਸੋ ਇਹ ਵੀ ਭਰਨੀਆਂ ਹੈ, ਇਹ ਵੀ। ਇਸ ਤੋਂ ਬਿਨਾਂ ਇੱਕ ਗਰੁੱਪ C ਦੀਆਂ ਪੋਸਟਾਂ ਵੀ ਆਈਆਂ, ਡਿਪਟੀ ਰੇਂਜਰ ਹੋ ਗਈ, ਜਿਹੜੇ ਜੰਗਲ ਵਿਭਾਗ 'ਚ ਫੋਰੈਸਟਰ ਤੋਂ ਉੱਪਰਲੇ ਅਫਸਰ ਹੁੰਦੇ ਆ, ਗਰੁੱਪ C। ਸੋ ਬਹੁਤ ਅੱਛੀਆਂ ਪੋਸਟਾਂ ਨੇ, ਬੇਸ਼ੱਕ 100 150 ਨੇ, 5 ਵੀ ਨੇ, 20 ਵੀ ਨੇ। ਖੇਡ ਸਾਰੀ ਕੰਪੀਟੀਸ਼ਨ ਦੀ ਆ, ਹਰ ਸਬਜੈਕਟ ਡਿਟੇਲ 'ਚ ਰੀਝ ਨਾਲ ਪੜ੍ਹ ਕੇ ਜਾਓਗੇ ਤਾਂ ਕਿਉਂ ਨਹੀਂ ਹੋਊਗਾ, ਠੀਕ ਆ। ਤਾਂ ਆਪਣੇ ਇਸ ਪਲੇਟਫਾਰਮ 'ਤੇ ਜਿਵੇਂ ਹੁਣ ਮੈਂ ਕਰਵਾ ਰਿਹਾ, ਨਾਲ ਹੀ ਪੱਲਵੀ ਮੈਮ ਨੇ, ਉਹ ਪ੍ਰੋਪਰਲੀ ਤੁਹਾਡੀ ਇਸੇ YouTube 'ਤੇ ਹੀ ਉਹ ਤੁਹਾਨੂੰ ਇੰਗਲਿਸ਼ ਦੇ ਬਹੁਤ ਸਾਰੇ ਲੈਕਚਰਸ, ਅਪਰੋਕਸੀਮੇਟਲੀ ਮੰਨ ਕੇ ਚੱਲੋ 30 ਤੋਂ 35 ਲੈਕਚਰਸ, ਉਹ ਵੀ ਥਿਊਰੀ ਦੇ, ਉਹਦੇ ਨਹੀਂ MCQs ਦੇ ਨਹੀਂ, ਥਿਊਰੀ ਦੇ ਥੋਰੋਲੀ ਲੈਕਚਰਸ ਜਿਹੜੇ ਆ। ਬੇਸਿਕਸ ਇੰਗਲਿਸ਼ ਹੋ ਗਈ, ਆਪਣੇ ਨਰੇਸ਼ਨਸ, ਐਕਟਿਵ ਪੈਸਿਵ ਹੋ ਗਏ, ਉਹ ਸਾਰੇ ਕਰਨਗੇ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਆਪਾਂ ਜੇ ਕਿਸੇ ਸਬਜੈਕਟ ਦਾ ਬੀੜਾ ਚੱਕੀਏ ਤਾਂ ਫਿਰ ਉਹ ਪੂਰਾ ਵਧੀਆ ਤਰੀਕੇ ਨਾਲ ਹੋਊਗਾ। ਇੰਗਲਿਸ਼, ਕੰਪਿਊਟਰ, ਪੰਜਾਬੀ, ਫਿਰ ਉਸ ਤੋਂ ਬਾਅਦ GS, ਮੈਥ, ਰੀਜ਼ਨਿੰਗ ਨੂੰ ਤੇ ਲੈ ਕੇ ਤਾਂ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਨਾ ਕਿ ਆਪਾਂ ਥੋਰੋਲੀ ਹਰ ਚੀਜ਼ ਕਵਰ ਕਰਦੇ ਹਾਂ। ਖੈਰ, ਇਹਦੇ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਆਫਲਾਈਨ ਤੇ ਆਨਲਾਈਨ IAS PCS ਜੋ ਸਾਡਾ ਪੰਜਾਬੀ ਮੀਡੀਅਮ ਦਾ ਕੰਸੈਪਟ ਆ, ਉਹਦੇ ਵਾਸਤੇ PCS ਪ੍ਰੀ ਜਾਂ PPSC ਦੇ ਜਿਹੜੇ ਟੌਪ ਲੈਵਲ ਦੇ ਐਗਜ਼ਾਮਸ ਨੇ, PSSB ਦੇ ਜਿਹੜੇ ਵਿਜੀਲੈਂਸ, ਸੀਨੀਅਰ ਅਸਿਸਟੈਂਟ ਵਰਗੇ ਐਗਜ਼ਾਮਸ ਵਾਸਤੇ ਤੁਸੀਂ ਸਾਡੀ ਇਹ ਐਪ ਡਾਊਨਲੋਡ ਕਰੋ, ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੋਂ। ਆਹ ਲੋਗੋ ਹੋਊਗਾ ਉਹਦਾ, ਆਈਫੋਨ ਵਾਲੇ ਮਾਈ ਇੰਸਟੀਟਿਊਟ 'ਤੇ ਆਹ ਕੋਡ ਭਰ ਲੈਣਗੇ। WhatsApp ਕਰਨਾ ਜਾਂ ਵੈਸੇ ਵੀ ਕਾਲ ਕਰਨੀ ਆ, ਇਹ ਨੰਬਰ ਜਾਂ ਇਸ ਨੰਬਰ ਨੂੰ ਤੁਸੀਂ ਪ੍ਰੈਫਰ ਕਰੋਗੇ। ਆ ਜਾਓ, ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ। ਕਹਿੰਦੇ ਬਹੁਤ ਇੰਪੋਰਟੈਂਟ ਆ, ਵਾਟ ਕੁਆਟਰਲੀ ਪੇਮੈਂਟ। ਹੁਣ ਕੁਆਟਰਲੀ ਦੀ ਪੰਜਾਬੀ ਕੀ ਹੁੰਦੀ ਆ? ਤਿਮਾਹੀ। ਕਿੰਨੀਆਂ ਤਿਮਾਹੀ ਕਿਸ਼ਤਾਂ 20% ਪ੍ਰਤੀ ਸਾਲਾਨਾ ਸਧਾਰਨ ਵਿਆਜ ਤੇ 17,200 ਰੁਪਏ ਦੇ ਕਰਜ਼ੇ ਨੂੰ 1 ਸਾਲ ਵਿੱਚ ਚੁਕਾਉਣ ਵਿੱਚ ਮਦਦ ਕਰਨਗੀਆਂ। ਪੰਜਾਬੀ ਇਹੀ ਬਣਦੀ ਹੈ ਇਸ ਸਵਾਲ ਦੀ। ਹੁਣ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ, ਆਪਣੇ ਖਾਨੇ ਪਾ ਲਓ। ਜਦੋਂ ਤੁਹਾਨੂੰ ਕੋਈ ਕਹਿ ਦੇ ਨਾ ਕਿ ਵਾਟ ਕੁਆਟਰਲੀ ਪੇਮੈਂਟ, ਇਹਦਾ ਮਤਲਬ ਤੁਹਾਨੂੰ ਬੈਂਕ ਵਾਲਿਆਂ ਨੇ ਜਾਂ ਜਿਹਦੇ ਤੋਂ ਤੁਸੀਂ TV ਲਿਆ ਏ, ਜਾਂ ਜੇ ਤੁਸੀਂ ਦੁਕਾਨਦਾਰ ਹੋ ਜਿਹਨੂੰ ਤੁਸੀਂ TV ਵੇਚਿਆ ਏ, ਉਹਨੂੰ ਤੁਸੀਂ ਕਿਹਾ ਕਾਕਾ ਮੇਰੇ ਕੋਲ ਹਰ ਤਿਮਾਹੀ, ਹਰ ਕੁਆਟਰ ਆ ਕੇ ਪੈਸੇ ਜਮ੍ਹਾਂ ਕਰਾ ਕੇ ਜਾ। ਜੇ ਤੂੰ ਅੱਜ 1 ਤਰੀਕ ਨੂੰ TV ਲੈ ਕੇ ਗਿਆ ਏ ਤਾਂ ਮੈਨੂੰ ਪਹਿਲੀ ਕਿਸ਼ਤ ਤੇਰੀ 1 ਅਪ੍ਰੈਲ ਨੂੰ, ਮਈ ਜੂਨ, ਦੂਜੀ ਕਿਸ਼ਤ 1 ਜੁਲਾਈ ਨੂੰ, ਤੀਜੀ 1 ਅਗਸਤ ਸਤੰਬਰ, ਜਨਵਰੀ, ਫਰਵਰੀ, ਮਾਰਚ ਛੱਡ ਕੇ ਅਪ੍ਰੈਲ ਦੀ, ਮਈ, ਜੂਨ, ਜੁਲਾਈ ਛੱਡ ਕੇ 1 ਅਗਸਤ, ਸਤੰਬਰ, ਅਕਤੂਬਰ, ਨਵੰਬਰ, 1 ਜਨਵਰੀ ਤੇ 1 ਅਪ੍ਰੈਲ। ਸੋ ਇਸ ਤਰੀਕੇ ਨਾਲ ਮੈਨੂੰ ਤੇਰੀਆਂ 4 ਕਿਸ਼ਤਾਂ ਚਾਹੀਦੀਆਂ, ਜਾਂ ਜੋ ਵੀ ਮਰਜ਼ੀ ਸਮਝ ਲਈਏ ਆਪਾਂ ਕਿ 4 ਕਿਸ਼ਤਾਂ ਮੈਨੂੰ ਤੇਰੀਆਂ ਇਸ ਟ੍ਰੈਂਡ 'ਚ ਚਾਹੀਦੀਆਂ। ਹਰ 3 ਮਹੀਨੇ ਬਾਅਦ ਮੈਨੂੰ ਤੇਰੀਆਂ ਕਿਸ਼ਤਾਂ ਚਾਹੀਦੀਆਂ ਹੀ ਚਾਹੀਦੀਆਂ, ਠੀਕ ਆ। ਤਾਂ ਹੁਣ ਤੁਸੀਂ ਇਹ ਦੇਖੋ, 1 ਜਨਵਰੀ ਛੱਡ ਕੇ ਤੁਸੀਂ 31 ਦਸੰਬਰ ਨੂੰ TV ਲਿਆ, ਜਨਵਰੀ, ਫਰਵਰੀ 31 ਮਾਰਚ ਨੂੰ, ਅਪ੍ਰੈਲ, ਮਈ 31 ਜੂਨ ਨੂੰ, 1 ਜੁਲਾਈ, ਅਗਸਤ 30 ਸਤੰਬਰ ਨੂੰ, ਅਕਤੂਬਰ, ਨਵੰਬਰ, ਫਿਰ 30 ਦਸੰਬਰ ਨੂੰ। ਮੈਨੂੰ 3-3 ਮਹੀਨੇ ਬਾਅਦ ਤੇਰੀਆਂ 4 ਕਿਸ਼ਤਾਂ ਚਾਹੀਦੀਆਂ।
ਕਹਿੰਦਾ ਜੀ ਠੀਕ ਆ ਜੀ, ਕੋਈ ਚੱਕਰ ਹੀ ਨਹੀਂ, ਹਰ ਤਿਮਾਹੀ ਪੈਸੇ ਦੇਣ ਦਾ ਮਤਲਬ ਤੇ ਆਹੀ ਬਣਦਾ ਹੈ ਨਾ। ਜਦੋਂ ਤੁਹਾਨੂੰ ਕਿਸੇ ਨੇ ਕਹਿਤਾ ਕਿ ਜੀ ਤੇਰੇ ਤੇ ਕਾਕਾ ਵਿਆਜ ਹੈਗਾ 20% ਪਰ ਐਨਮ, ਉਹ ਕਹਿੰਦਾ ਜੀ ਜੇ ਮੇਰੇ ਤੇ ਵਿਆਜ ਸਾਲਾਨਾ ਹੈ 20%, ਤਾਂ 3 ਮਹੀਨਿਆਂ ਬਾਅਦ ਤੁਸੀਂ ਮੈਨੂੰ ਕਿਸ਼ਤ ਭਰਨ ਵਾਸਤੇ ਕਹਿ ਰਹੇ ਹੋ, ਤਾਂ ਫਿਰ ਮੇਰੇ ਤੇ ਵਿਆਜ ਵੀ ਜਦੋਂ ਮੈਂ 3 ਮਹੀਨਿਆਂ ਬਾਅਦ ਆਊਂਗਾ 20% ਨਹੀਂ ਲੱਗੂਗਾ, ਮੇਰੇ ਤੇ ਵਿਆਜ ਵੀ ਪਰ ਕੁਆਟਰ ਤਿਮਾਹੀ ਦਾ ਹੋਣਾ ਚਾਹੀਦਾ ਹੈ। ਕਹਿੰਦਾ ਜੀ ਫਿਰ ਤੂੰ ਇਹ ਲਾ ਪੇ ਹਿਸਾਬ ਕਿ ਇੱਕ ਸਾਲ 'ਚ ਕਿੰਨੀਆਂ ਤਿਮਾਹੀਆਂ ਹੁੰਦੀਆਂ, ਕਿੰਨੀ ਵਾਰ 3-3 ਮਹੀਨੇ ਆਉਂਦੇ ਆ, 3 6 9 12 4 ਵਾਰ ਆਉਂਦੇ ਆ ਜੀ। ਜਨਵਰੀ ਤੋਂ ਮਾਰਚ, ਅਪ੍ਰੈਲ ਤੋਂ ਜੂਨ, ਜੁਲਾਈ ਤੋਂ ਸਤੰਬਰ ਤੇ ਅਕਤੂਬਰ ਤੋਂ ਦਸੰਬਰ। 4 ਵਾਰ 4 ਤਿਮਾਹੀਆਂ ਹੁੰਦੀਆਂ ਸਾਡੇ ਇੱਕ ਸਾਲ ਦੇ ਵਿੱਚ, 1 ਤਿਮਾਹੀ, 2 ਤਿਮਾਹੀਆਂ, 3 ਤਿਮਾਹੀ 'ਚ ਚੌਥਾ ਕੁਆਟਰ। ਫਿਰ ਮੈਂ ਇਦਾਂ ਕਰਦਾ ਜੀ 20% ਨੂੰ 4 ਨਾਲ ਡਿਵਾਈਡ ਕਰ ਲੈਣਾ, ਮੇਰੇ ਕੋਲ ਪ੍ਰਤੀ ਕੁਆਟਰ, ਪ੍ਰਤੀ ਤਿਮਾਹੀ, ਪਰ ਕੁਆਟਰ 5% ਵਿਆਜ ਆ। ਜਿੰਨੇ ਚਿਰ ਬਾਅਦ ਪੈਸੇ ਮੋੜਨੇ ਆ ਨਾ, ਵਿਆਜ ਵੀ ਓਨੇ ਦਾ ਹੋਣਾ ਚਾਹੀਦਾ ਹੈ, ਪਰ ਐਨਮ ਜਾਂ ਪਰ ਸੈਮੀ ਐਨਮ ਨਹੀਂ ਹੋਣਾ ਚਾਹੀਦਾ, ਸਾਲਾਨਾ ਨਹੀਂ ਹੋਣਾ ਚਾਹੀਦਾ, ਫਲਾਂ ਨਹੀਂ ਹੋਣਾ ਚਾਹੀਦਾ। ਸਿੰਪਲ ਕਨਸੈਪਟ, ਦੱਸੋ ਸਮਝ ਆ ਗਿਆ? ਆ ਚੱਕੋ ਜੀ, ਇੱਥੋਂ ਤੱਕ ਗੱਲ ਸਮਝ ਆ ਗਈ। ਪਹਿਲੀ ਗੱਲ, ਉਹ ਇੱਥੇ ਧੋਖਾ ਦੇ ਸਕਦੇ ਆ, ਪ੍ਰਤੀ ਸਾਲਾਨਾ ਵਿਆਜ ਦੇ ਰਹੇ ਆ ਤੇ ਕਹਿੰਦੇ ਆ ਹਿਸਾਬ ਕਰਨ ਹਰ ਤਿਮਾਹੀ ਆ ਲਓ ਜੀ। ਪਹਿਲੀ ਗੱਲ ਮੈਂ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਕਲੀਅਰ ਕਰਾਤੀ ਕਿ ਆਹ ਕੀ ਰੌਲਾ ਸੀਗਾ ਤੇ ਇਸ ਰੌਲੇ ਦਾ ਕੀ ਨੁਕਸਾਨ ਹੋ ਸਕਦਾ ਹੈ ਆਪਾਂ ਨੂੰ। ਆ ਗਿਆ ਜੀ। ਇਹਦਾ ਮਤਲਬ ਜੇ ਕੋਈ ਮੈਨੂੰ ਪਿੱਛੇ ਸਰ ਵਿਆਜ ਦੀ ਦਰ, ਰੇਟ ਆਫ ਇੰਟਰਸਟ ਕਿੰਨੀ ਆ, ਤੁਸੀਂ ਫਟ ਕਹਿਣਾ ਹੈ 5% ਪਰ ਕੁਆਟਰ, ਤਿਮਾਹੀ ਦਾ 5%, ਕਿਉਂਕਿ ਹਿਸਾਬ ਕਿਤਾਬ ਤਿਮਾਹੀ ਲਈ ਬੁਲਾਇਆ ਜਾ ਰਿਹਾ ਹੈ। ਹੁਣ ਅਗਲੀ ਗੱਲ ਹੁੰਦੀ ਆ ਜੀ ਐਕਸ ਦਾ ਮਤਲਬ ਹੁੰਦਾ ਕਿਸ਼ਤਾਂ। ਕਹਿੰਦਾ ਤੁਸੀਂ ਹਿਸਾਬ ਨਿਬੇੜਨਾ ਹੈ 1 ਸਾਲ 'ਚ, ਤਿਮਾਹੀ 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 ਤਿਮਾਹੀ। 1 ਸਾਲ 'ਚ ਕਿੰਨੀਆਂ ਕਿਸ਼ਤਾਂ ਬਣੀਆਂ ਸਰ? 4 ਬਣ ਗਈਆਂ ਜੀ। ਕਿਉਂ? ਜਦੋਂ ਤੁਹਾਨੂੰ ਹਰ 3 ਮਹੀਨੇ ਬਾਅਦ ਹਿਸਾਬ ਲਈ ਬੁਲਾਇਆ ਜਾ ਰਿਹਾ ਹੈ ਤਾਂ 1 ਸਾਲ 'ਚ ਪੈਸੇ ਮੋੜਨ ਲਈ ਕਿਹਾ ਜਾ ਰਿਹਾ, ਤਾਂ ਕਿਸ਼ਤਾਂ ਵੀ 4 ਹੀ ਬਣਨਗੀਆਂ 3-3 ਮਹੀਨੇ ਦੀਆਂ। ਬਿਲਕੁਲ ਸਹੀ ਹੈ ਜੀ। ਉਹ ਕਿੰਨਾ ਕਰਜ਼ਾ ਜਿਹੜਾ ਲਾਉਣਾ ਹੈ? 17,200 ਸਰ, 17,200 ਕਰਜ਼ਾ ਹੋ ਗਿਆ, 4 ਕਿਸ਼ਤਾਂ ਹੋ ਗਈਆਂ, ਪਲੱਸ ਐਕਸ ਗੁਣਾ ਰੇਟ ਆਫ ਇੰਟਰਸਟ 4% ਵਿਆਜ ਹੋ ਗਿਆ। ਜੇ 4 ਕਿਸ਼ਤਾਂ ਹੋਣ ਸਰ, ਫਾਰਮੂਲਾ ਹੁੰਦਾ ਹੈ 3 ਜਮਾ 2 ਜਮਾ 1। ਆ ਚੱਕੋ ਜੀ, ਫਾਰਮੂਲਾ ਆ ਹੁੰਦਾ ਜੀ, ਥੱਲੇ ਹੁੰਦਾ ਜੀ 100। ਮੈਂ ਆਪੇ ਐਕਸ ਕੈਲਕੂਲੇਟ ਕਰ ਲੂੰਗਾ ਜੀ। ਬਈ ਕਰ ਲੇਗਾ ਤਾਂ ਫਿਰ ਉਹਦੇ ਨਾਲ ਦੀ ਤਾਂ ਰੀਸ ਕੀ ਆ, ਪਰ ਇਦਾਂ ਕਰੋ ਜੀ, ਤੁਸੀਂ ਕਰ ਦਿਓ। 17,200 ਬਰਾਬਰ ਹੈ 4x ਪਲੱਸ 4 3 ਤੋਂ 5 1 6 ਚੌਕੇ 24, 24x ਬਟੇ 100। ਇਹ ਬਣ ਗਿਆ 424x ਬਟੇ 100 ਬਰਾਬਰ ਹੈ 17,200। ਹੁਣ ਦੇਖੋ ਮੇਰੀ ਕੈਲਕੂਲੇਸ਼ਨ ਇੰਨੀ ਖਰਾਬ ਆ ਕਿ 4 ਤੇ 3 ਤੋਂ 5 1 6 ਮੈਂ ਕਿਤੇ ਵੀ ਗੜਬੜ ਕਰ ਸਕਦਾ, ਪਰ ਫਿਰ ਵੀ ਚਲੋ ਜੇ ਮੈਂ 17,200 ਨੂੰ ਡਿਵਾਈਡ ਬਾਏ 424, ਨਹੀਂ ਕਿਤੇ ਨਾ ਕਿਤੇ ਮੈਂ ਕੈਲਕੂਲੇਸ਼ਨ 'ਚ ਗਲਤੀ ਕਰ ਹੀ ਦਿੱਤੀ ਆ, ਤੇ ਆਪਣੇ ਕੋਲ ਸੌਰੀ ਇੱਥੇ 5% ਵਿਆਜ ਸੀਗਾ। ਮੈਂ ਵੀ ਕਹਾਂ ਕਿਤੇ 3 ਤੋਂ 5 1 6 6 5 30, ਇਹ ਬਣ ਗਿਆ 430। 17,200 ਨੂੰ 430 ਨਾਲ, 17,200 ਡਿਵਾਈਡ ਬਾਏ 430, ਬਿਲਕੁਲ 40 ਆ ਗਿਆ। ਸੋ ਐਕਸ ਆ ਗਿਆ 40 ਗੁਣਾ 1000, ਸੌਰੀ 40 ਗੁਣਾ 100, 4000। ਇਹਦਾ ਮਤਲਬ ਕਿਸ਼ਤ ਕਿੰਨੇ ਚਿਰ ਦੀ ਆ ਗਈ? 4-4000 ਦੀ ਆ ਗਈ। ਸੋ ਆ ਆਪਣੀ ਕਹਾਣੀ ਹੋ ਗਈ। ਉਮੀਦ ਕਰਦਾ ਕਿ ਚੰਗੀ ਤਰ੍ਹਾਂ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਆ ਜਾਓ ਇੱਕ ਸਵਾਲ ਨੂੰ ਹੋਰ ਦੇਖ ਲੈਂਦੇ ਹਾਂ। ਕਹਿੰਦੇ 5 ਸਾਲਾਂ ਦੇ ਵਿੱਚ ਤੁਸੀਂ ਦਾ ਐਨੂਅਲ ਪੇਮੈਂਟ ਆਫ 2000 ਇਨ 5 ਸਾਲ। ਕਿੱਡੀ ਚਲਾਕੀ ਕੀਤੀ ਹੈ। ਐਨੂਅਲ ਪੇਮੈਂਟ ਨੂੰ ਕਹਿੰਦੇ ਆ ਕਿਸ਼ਤ। ਇਸ ਵਾਰ ਉਹਨਾਂ ਨੇ ਸਿੱਧੀ ਕਿਸ਼ਤ ਦੀ ਵੈਲਿਊ ਦੇਤੀ, 5 ਸਾਲ ਦੇ ਤੇ, ਮਤਲਬ ਕਿ 5 ਕਿਸ਼ਤਾਂ ਹੋ ਗਈਆਂ, ਮਤਲਬ ਕਿ ਨੰਬਰ ਆਫ ਕਿਸ਼ਤਾਂ 5 ਹੋ ਗਈਆਂ ਤੇ 12% ਦਾ ਵਿਆਜ ਲਾਤਾ। ਲਓ ਜੀ, ਜੇ 5 ਕਿਸ਼ਤਾਂ ਹੈ ਤਾਂ ਪਹਿਲੀ ਗੱਲ 5 ਗੁਣਾ 2000 ਪਲੱਸ ਵਿਆਜ। ਵਿਆਜ ਬੜੀ ਟੈਕਨੀਕ ਨਾਲ ਲੱਗਦਾ ਹੈ। ਜਿਹੜੀ ਉਹ ਇੱਕ ਕਿਸ਼ਤ ਆ ਉਹਦੇ ਤੇ 12% ਆ, 100 ਨਾਲ ਡਿਵਾਈਡ ਆ। ਜੇ 5 ਸਾਲਾਂ ਦਾ ਹੈ ਇੱਥੇ ਲਿਖਿਆ ਜਾਊਗਾ 4 ਜਮਾ 3 ਜਮਾ 2 ਜਮਾ 1। ਤੀਜੀ ਚਲਾਕੀ, ਪਹਿਲੀ ਚਲਾਕੀ ਤਾਂ ਆਪਾਂ ਪਹਿਲਾਂ ਫੜ ਲਈ ਸੀ, ਦੂਜੀ ਚਲਾਕੀ ਆਪਾਂ ਹੁਣ ਫੜੀ ਆ। ਪਹਿਲੀ ਚਲਾਕੀ ਸੀ ਕਿ 4 ਜਮਾ 3 ਜਮਾ 2 ਜਮਾ 1 ਕਿਉਂ ਲਿਖਣਾ ਪੈਂਦਾ ਹੈ। ਦੂਜੀ ਚਲਾਕੀ ਆ ਕਿ ਵਿਆਜ ਜੇ ਪੇਪਰ 'ਚ 20% ਲਿਖਿਆ ਹੈ ਤੇ ਉਹਨੂੰ ਬਾਅਦ 'ਚ ਆਪਾਂ 10 ਜਾਂ 5 ਕਿਉਂ ਲਿਖ ਲੈਂਦੇ ਹਾਂ, ਕਿਉਂਕਿ ਪਤਾ ਨਹੀਂ ਹੁੰਦਾ ਨਾ ਕਿ ਛਮਾਈ ਦਾ ਹੈ ਕਿ ਤਿਮਾਹੀ ਦਾ। ਹਜੇ ਤੱਕ ਤਾਂ ਇਹ ਵੀ ਨਹੀਂ ਪਤਾ, ਕਿਸੇ ਨਾ ਕਿਸੇ ਸਵਾਲ 'ਚ ਮਹੀਨੇ ਦਾ ਕੱਢ ਲੈਣ। ਤੀਜੀ ਗੱਲ, ਉਹ ਕਰਜ਼ਾ ਪੁੱਛ ਲੈਣ
किश्त दे देण। नहीं तो ज़्यादातर सवालों की सी करजा दिता सी किश्त पुछी सी। आ चक्को जी अपने को 2 जीरोवां नाल 2 जीरोवां कट्टियां गईयां 10,000 तो ये आ गया प्लस 4 3 7 ते 9 ते 1 10 120 नूं आपां 4 3 7 ते 9 1 10 10 गुणा 12 120 12 गुणा 2 24 1 जीरो इत्थों 1 जीरो इत्थों ये आ गया 12,400 12,400 रुपए का करजा होऊगा जिहदे च 2-2 हज़ार की किश्त प्लस हर साल का नाल एक ब्याज। सो किड्डी इंपॉर्टेंट कहानी आ जिहड़ी कि सानू क्लीयर चंगी तरह क्लीयर हो गई। ठीक आ। अगला सवाल भी यही आ कि 4,000 रुपए की एनुअल किश्त आ ये एक्स की वैल्यू आ समा यानी कि किश्तां पता लग रही हैं तो देना देखो जे 3 साल दिते हुए आ जरूरी नहीं किश्तां 3 बनन कहंदा 15% पर एनम के हिसाब नाल आपां एनुअल किश्त देनी आ सालाना किश्त देनी आ आपे ही 3 सालों 3 ही हुई। जे वो कह दिंदा सैमी एनुअल छमाही बाद छमाही की किश्त इन्नी आ तो फिर नंबर ऑफ इंस्टॉलमेंट्स 3 की बजाय 6 बन जांदियां। कितनियां बन जांदियां 6 बन जांदियां ते आ 15% की बजाय 15% बटे 2 7.5% रह जाता क्योंकि फिर रेट ऑफ इंटरस्ट भी अद्धा लाउणा सी ते इधरों आपां किश्तां वधा लैणियां सीगियां क्योंकि अद्धे साल बाद हिसाब करन जाओगे 3 सालों च पैसे मोड़ने आ ते किश्तां तां 6 ही बननगियां। इन्हां सवालों दे विच सालां दा कोई वैल्यू नहीं किश्तां दी वैल्यू आ हर जगह ते तुसीं देखिया ना कि 1 साल दे विच 4 किश्तां भी बनातियां सी एक सवाल च आपां। सो आ लो जी बड़ा इंटरस्टिंग सवाल अपने कोल कि एक मोबाइल 4 ईयरली इंस्टॉलमेंट की वैल्यू दी हुई आ। सो ओबवियस जी गल है कढ़ ही लोगे अपने आप। ठीक है। हुण देखो अगला सवाल एक साइकिल 9,000 रुपए का है एक साइकिल 9,000 रुपए का है 2820 रुपए वो कैश डाउन पेमेंट आ। कैश डाउन पेमेंट का मतलब जिहड़ी मौके ते ही ला है तुसीं जे एक साइकिल 9,000 रुपए का सीगा ਉਹਦੀ कैश डाउन पेमेंट ਤੁਹਾਨੂੰ 8280 रुपए करती 0 8 9 ਚੋਂ 8 ਕੱਢੇ 1 8 ਚੋਂ 2 ਕੱਢੇ 7 7180 रुपए। फिर भी एक बार आप कन्फर्म कर लीए 9,000 चों माइनस करने 2820 तो 6180 आ तो हाल अपना 8 चों 2 गए 6 6180 रुपए हो गए। इट मीनस 6180 रुपए का करजा रह गया। डाउन पेमेंट हुंदी की है हुण समझो डाउन पेमेंट वो रकम हुंदी आ जिन्हों तुसी पहले साल मौके ते ही ला आए हो नाल दी नाल ही उतार आए हो तो इसका मतलब ये निकल के आउंदा है कि उस रकम नूं हुण तुसी वो रकम तुहाडे वास्ते करजा नहीं गी करजा सिर्फ इन्ने दा ही हो गया जिन्हों तुसी हुण 5 गौर करियो 5 इक्वल मंथली इंस्टॉलमेंट्स दे विच लाउणा है 5 इक्वल मंथली इंस्टॉलमेंट्स दे विच इस डैट नूं डैट दी पंजाबी हुंदी है करजा इस 6180 बराबर है 5 गुणा x 5 किश्तां प्लस रेट ऑफ इंटरस्ट कितना है कहता 5 महीनावार किश्तां 5 महीनावार भाव मंथली किश्तां रेट ऑफ इंटरस्ट दे रहा है 18% पर एनम भाव सालाना रेट ऑफ इंटरस्ट पर एनम। किश्तां तुसीं मोड़नियां महीने दर महीने जिहड़ा 18% ब्याज आ उन्होंने हुण महीनिਆਂ च लैके जाओ तो ये वास्ते ये पता होना चाहिए है कि एक साल च महीने किन्ने हुंदे आ 12 जे साल का ब्याज 18% आ हर महीने का कितना होऊगा 18/12 बटियां च क्यों आया क्योंकि महीना छोटा हुंदा है ना इस करके भाग करना पैंदा है कि हर महीने का ब्याज होऊगा 18/12 भाव 1.5%। वो तुसीं सुनिया नहीं कदी आड़तियां नूं कहंदे कि वो 1.5 रुपए ब्याज मंगदा है वो महीने का ब्याज हुंदा है तो जदों आपां उहनूं पेपर च लिखते हैं वो कैलकुलेशन करन लगे 18 ला दिंदा है जे आपां उहदा साल का इकट्ठा देखीए तो साल का 18% ब्याज महीने का 1.5% हुंदा क्योंकि 12 हुण ये आ गया 1.5% PM का की मतलब प्रधानमंत्री नहीं पर मंथ महीने का 1.5% तो महीने का क्यों कढ़िया आपां इस सवाल च क्योंकि आपां किश्तां महीनावार मोड़नियां सी x गुणा 1.5 गुणा कितनियां किश्तां ने जी है भी 5 सीगियां सॉरी
5 ਵਾਸਤੇ 4 + 3 + 2 + 1 ਇੱਥੇ ਬਟੇ 'ਚ ਕੀ ਆ ਗਿਆ ਆਪਣੇ ਕੋਲ 100। ਇਹ ਆ ਗਿਆ ਜੀ 6180। ਠੀਕ ਆ 6180 ਬਰਾਬਰ ਹੈ 5x + ਆ ਗਿਆ 4 ਤੇ 3 7 ਤੇ 9 ਤੇ 1 10। 1.5 ਨੂੰ 1.5 ਦਾ ਮਤਲਬ ਹੁੰਦਾ 15/10। ਇਹਨੂੰ 10 ਨਾਲ ਗੁਣਾ ਕਰੋ, 10 ਤੇ 10 ਕੱਟੇ ਗਏ, ਇਹ ਆ ਗਿਆ ਜੀ 15/100। ਰੌਲਾ ਹੀ ਨਹੀਂ। ਇਹ ਪਤਾ ਕੀ ਬਣ ਗਿਆ 6180 ਬਰਾਬਰ ਹੈ ਇਹਦੇ ਥੱਲੇ x ਆ, ਇਹ 500x + 15, ਇਹਦੇ ਨਾਲ ਵੀ x ਆ ਆਹ ਵਾਲਾ। ਠੀਕ ਆ 515x/100। 6180 ਨੂੰ 515 ਨਾਲ ਡਿਵਾਈਡ ਕਰੋ, 6180 ਨੂੰ 515 ਨਾਲ ਡਿਵਾਈਡ ਕਰੋ 12, x ਬਰਾਬਰ ਹੈ 1200। ਇਹ 1200 ਰੁਪਏ ਦੀ ਕਿਸ਼ਤ ਬਣੀ ਆ। ਕਿੱਡਾ ਇੰਪੋਰਟੈਂਟ ਸਵਾਲ ਸੀ। ਜਿਵੇਂ ਦਾ ਮਰਜ਼ੀ ਸਵਾਲ ਆ ਜੇ ਸੌਖਾ ਕਰ ਲੈਣ। 130 ਰੁਪਏ ਆਏ, 120 ਦੀ ਡਾਊਨ ਪੇਮੈਂਟ ਕਰਤੀ, ਇਹਦਾ ਮਤਲਬ ਜੋ ਤੁਹਾਡੇ ਤੇ ਕਰਜ਼ਾ ਹੈ ਉਹ ਸਿਰਫ 110 ਰੁਪਏ ਦਾ ਹੈ, ਬਰਾਬਰ ਹੈ। ਇਹਨੂੰ ਤੁਸੀਂ 4 ਮੰਥਲੀ ਇੰਸਟਾਲਮੈਂਟਸ ਦੇ ਵਿੱਚ ਵਰਤਣਾ ਹੈ। 4 × x + x × ਰੇਟ ਆਫ ਇੰਟਰਸਟ। ਕਹਿੰਦਾ ਅੱਛਾ 30 ਰੁਪਏ ਦੀਆਂ 30 ਰੁਪਏ ਦੀਆਂ ਇੱਥੇ ਥੋੜੀ ਜੀ ਕੈਲਕੂਲੇਸ਼ਨ 'ਚ ਇੱਕ ਮਿਸਟੇਕ ਆ, ਉਹਨੂੰ ਆਪਾਂ ਸਹੀ ਕਰ ਲਈਏ। ਉਹ ਹੈਗੀ ਹੈ ਜੀ ਆਪਣੇ ਕੋਲ 170 ਰੁਪਏ ਦਾ ਕਢਾਉਣਾ ਹੈ, 170 ਰੁਪਏ ਦਾ ਕਢਾਉਣਾ ਹੈ। ਇਸ ਸਵਾਲ 'ਚ ਕੈਲਕੂਲੇਸ਼ਨ ਮਿਸਟੇਕ ਹੋ ਗਈ ਥੋੜੀ ਜਿਹੀ, ਉਹਦੇ ਲਈ ਸੌਰੀ ਆ। 170 ਦਾ ਕਢਾਉਣਾ ਹੈ, ਇੱਥੇ ਕਿੰਨਾ ਬਚਿਆ 150। ਤੇ ਮਹੀਨੇ ਦੀ ਕਿਸ਼ਤ ਕਿੰਨੇ ਦੀ ਆ? ਮਹੀਨੇ ਦੀ ਕਿਸ਼ਤ ਹੈਗੀ ਆ 30 ਰੁਪਏ ਦੀ। 30 ਰੁਪਏ ਦੀ ਲਿਖੀ ਹੋਈ ਆ, ਮਹੀਨੇ ਦੀ ਕਿਸ਼ਤ ਵੀ ਦੇਤੀ, ਕਰਜ਼ਾ ਵੀ ਦੱਸਤਾ 150 ਰੁਪਏ। 150 ਕਿਉਂ ਆ? ਕਿਉਂਕਿ 70 ਦੀ ਚੀਜ਼ ਸੀ, 20 ਰੁਪਏ ਉਹਦੀ ਕੈਸ਼ ਡਾਊਨ ਆ, 150। ਪੁੱਛਿਆ ਕੀ ਆ? ਕਹਿੰਦਾ ਰੇਟ ਆਫ ਇੰਟਰਸਟ। ਪੇਪਰ 'ਚ ਇੱਕ ਹੋਰ ਸੁਧਾਰ ਕਰ ਲਿਓ, ਪਰ ਐਨਮ ਪ੍ਰਤੀ ਸਾਲ ਰੇਟ ਆਫ ਇੰਟਰਸਟ ਕਿੰਨਾ ਹੈ? 150 ਰੁਪਏ 4 × 30 ਤੇ ਕਿਸ਼ਤਾਂ ਕਿੰਨੀਆਂ ਹੈ? 4 ਮਹੀਨੇ ਦੀਆਂ ਕਿਸ਼ਤਾਂ, 4 ਇਕੁਅਲ ਮੰਥਲੀ ਇੰਸਟਾਲਮੈਂਟ। ਘਬਰਾਇਓ ਨਾ, 4 ਇਕੁਅਲ ਮੰਥਲੀ ਇੰਸਟਾਲਮੈਂਟਸ। ਰੇਟ ਆਫ ਇੰਟਰਸਟ ਨੂੰ ਆਰ ਹੀ ਮੰਨ ਲਓ। ਮਹੀਨੇ ਦੀ ਕਿਸ਼ਤ ਕਿੰਨੀ ਆ ਜੀ 30 ਰੁਪਏ ਆ, 30 × ਆਰ, ਕਿਉਂਕਿ ਇਸ ਵਾਰ ਮਹੀਨੇ ਦੀ ਕਿਸ਼ਤ ਦਿੱਤੀ ਆ, ਰੇਟ ਆਫ ਇੰਟਰਸਟ ਆਰ ਹੀ ਨਹੀਂ ਦਿੱਤਾ, ਆਰ ਨੂੰ ਆਰ ਹੀ ਲਿਖ ਲਿਆ। ਇਨਟੂ ਕਿੰਨੀਆਂ ਕਿਸ਼ਤਾਂ ਇਹ 4, ਇੱਥੇ ਲਿਖਾਂਗੇ 3 + 2 + 1 ਤੇ ਬਟੇ 'ਚ ਪਾਊਂਗਾ ਮੈਂ 100। ਆ 150 ਆ 4 × 30 ਆ 120। 150 ਚੋਂ 120 ਘਟਾਏ ਬਚੇ 30। 30 ਬਰਾਬਰ ਹੈ ਆ ਗਿਆ 30, ਆ ਗਿਆ ਜੀ ਆਰ, ਆ ਗਿਆ ਆਪਣੇ ਕੋਲ 3 + 2 + 1 6 ਬਟੇ ਆ ਗਿਆ 100। 30 ਨਾਲ 30 ਕੱਟਿਆ ਗਿਆ। ਹੁਣ ਕੋਈ ਮੈਨੂੰ ਕਹੂਗਾ ਸਰ ਆਰ ਕਿੰਨਾ ਆ ਗਿਆ? ਆਰ ਆ ਗਿਆ ਜੀ 50/3। 100/100 ਉੱਧਰ ਚਲੇ ਗਿਆ, 6 ਥੱਲੇ ਆ ਗਿਆ, ਆਰ ਆ ਗਿਆ ਜੀ 50/3%। ਹੁਣ ਤੁਹਾਡੇ ਚੋਂ ਬੜੇ ਬੱਚੇ ਕਹਿਣਗੇ ਕਿ ਸਾਰੇ 50/3% ਪਰ ਮੰਥ ਆਇਆ ਕਿ ਪਰ ਐਨੂਅਲ ਆਇਆ ਹੈ? ਇਹ ਰੇਟ ਆਫ ਇੰਟਰਸਟ ਪ੍ਰਤੀ ਮਹੀਨਾ ਆਇਆ ਹੈ। ਜਦੋਂ ਤੁਸੀਂ ਸਵਾਲ ਸੋਲਵ ਕਰ ਰਹੇ ਹੋ ਤਾਂ ਇਹ ਸਵਾਲ ਮਹੀਨਿਆਂ ਵਾਲਾ ਹੈ ਕਿ ਸਾਲ ਵਾਲਾ ਹੈ? ਕਿਸ਼ਤਾਂ ਮਹੀਨੇ ਵਾਲੀਆਂ ਹੈ ਨਾ, ਤਾਂ ਮੰਨ ਕੇ ਚੱਲੋ ਆ ਰੇਟ ਆਫ ਇੰਟਰਸਟ ਮਹੀਨੇ ਦਾ ਆਇਆ ਹੋਊਗਾ। ਸਾਲ ਦਾ ਰੇਟ ਆਫ ਇੰਟਰਸਟ ਪਤਾ ਕਰਨਾ ਹੈ, ਯਾਦ ਆ? ਜਦੋਂ ਸਾਲ ਦਾ ਸੀ ਤੇ ਮਹੀਨੇ ਦਾ ਕੱਢਣਾ ਸੀ, 12 ਨਾਲ ਭਾਗ ਕੀਤਾ ਸੀ। ਤੁਸੀਂ ਕਹੋਗੇ ਸਰ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਰੇਟ ਆਫ ਇੰਟਰਸਟ ਮਹੀਨੇ ਵਾਲਾ ਆਇਆ ਹੈ? ਤੁਸੀਂ ਬੱਚਿਓ ਆਪ ਸਿਆਣੇ ਹੋ, ਤੁਸੀਂ ਆਪ ਦੱਸੋ। ਜਦੋਂ ਆਪਾਂ ਰੇਟ ਆਫ ਇੰਟਰਸਟ ਦਾ ਸਵਾਲ ਕੱਢਦੇ ਹਾਂ, ਆਪਾਂ ਇੱਥੇ ਰੇਟ ਆਫ ਇੰਟਰਸਟ ਨੂੰ ਧੱਕੇ ਨਾਲ ਮਹੀਨੇ 'ਚ ਲੈ ਕੇ ਗਏ ਸੀ, ਫੇਰ ਸਵਾਲ ਕੱਢਿਆ। ਤੇ ਜਦੋਂ ਆਪਾਂ ਨੋਰਮਲੀ ਇੱਕ ਮਹੀਨੇ ਵਾਲਾ ਸਵਾਲ ਕੱਢਦੇ ਹਾਂ ਤੇ ਰੇਟ ਆਫ ਇੰਟਰਸਟ ਨਿਕਲੂਗਾ, ਨੈਚੁਰਲ ਜੀ ਗੱਲ ਆ, ਫਿਰ ਉਹ ਮਹੀਨੇ 'ਚ ਹੀ ਆਊਗਾ। ਹੁਣ ਸਾਲ ਤੋਂ ਮਹੀਨੇ 'ਚ ਲੈ ਕੇ ਆਉਣ ਦੀ 12 ਨਾਲ ਡਿਵਾਈਡ ਕੀਤਾ ਸੀ, ਮਹੀਨਿਆਂ 'ਚੋਂ ਸਾਲ 'ਚ ਲੈ ਕੇ ਆਉਣ ਦੀ 12 ਨਾਲ ਗੁਣਾ ਕਰਾਂਗੇ, ਇਹਨੂੰ 4 ਨਾਲ ਗੁਣਾ ਕਰਾਂਗੇ, ਇਹ ਬਣ ਜੂਗਾ 200%। ਬੇਸ਼ੱਕ ਇਹ ਕਾਲਪਨਿਕ ਸਵਾਲ ਆ ਤੇ ਤੁਸੀਂ ਇੱਥੇ ਇਹਨੂੰ ਚੇਂਜ ਕਰ ਲਿਓ। ਠੀਕ ਆ, ਕੀ ਕਰੋਗੇ? 200%, 400%, 600% ਤੇ 800%। ਕਿ ਰੇਟ ਆਫ ਇੰਟਰਸਟ ਕਿੰਨਾ ਹੈ? ਤਾਂ ਰੇਟ ਆਫ ਇੰਟਰਸਟ ਆ ਗਿਆ, ਜੇ ਸਾਲਾਨਾ ਕੱਢਣਾ ਹੈ ਤਾਂ 200%। ਦੱਸੋ ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਤੁਸੀਂ ਬਸ ਸਵਾਲ ਚੇਂਜ ਕਰ ਲੈਣਾ ਸੀਗਾ ਕਿ ਬੁੱਕ ਇਜ਼ ਸੋਲਡ ਐਟ 170 ਰੁਪਏ ਕੈਸ਼ ਔਰ 20 ਰੁਪਏ ਡਾਊਨ ਪੇਮੈਂਟ ਐਂਡ ਰਿਮੇਨਿੰਗ ਇਜ਼ ਟੂ ਬੀ ਪੇਡ ਇਨ ਮੰਥਲੀ ਇੰਸਟਾਲਮੈਂਟਸ ਆਫ 30 ਰੁਪਏ ਫॉर ਨੈਕਸਟ 4 ਮਹੀਨਿਆਂ ਵਾਸਤੇ। ਸੋ ਉਮੀਦ ਕਰਦਾ ਕਿ ਹਰ ਇੱਕ ਉਹ ਚੀਜ਼ ਜਿਹੜੀ ਕਿ ਤੁਹਾਡੇ ਦਿਮਾਗ ਦੇ ਵਿੱਚ ਉਲਝਣ ਪੈਦਾ ਕਰ ਸਕਦੀ ਹੈ ਉਹ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਸੀਂ ਜੋ ਵੀ ਕੁਝ ਸਿੰਪਲ ਇੰਟਰਸਟ ਨਾਲ ਰਿਲੇਟਡ ਕਰ ਸਕਦੇ ਸੀਗੇ। ਇਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ, ਜੋ ਅਗਲਾ ਲੈਕਚਰ ਆਪਾਂ ਇਹਦਾ ਸ਼ੇਅਰ ਕਰਾਂਗੇ ਤੁਹਾਡੇ ਨਾਲ, ਕਿਉਂਕਿ ਓਬਵੀਅਸ ਜੀ ਗੱਲ ਹੈ ਕਿ ਵੀਡੀਓ ਨੂੰ ਬਹੁਤ ਜ਼ਿਆਦਾ ਲੈਂਥੀ ਬਣਾਉਣਾ ਟਾਈਮ ਵੇਸਟ ਕਰਨ ਦੇ ਬਰਾਬਰ ਆ। ਅਸੀਂ ਨਹੀਂ ਚਾਹੁੰਦੇ ਕਿ ਬਹੁਤ ਲੈਂਥੀ ਵੀਡੀਓ 'ਚ ਤੁਸੀਂ ਬੋਰ ਹੋਵੋ। ਸੋ ਨੈਕਸਟ ਵੀਡੀਓ ਵੇਟ ਕਰੋ, ਆਪਾਂ ਜਲਦੀ ਇੱਕ ਅੱਧੇ ਦਿਨ ਦੇ ਅੰਦਰ ਅੰਦਰ ਅਪਲੋਡ ਕਰਾਂਗੇ ਕੰਪਾਊਂਡ ਇੰਟਰਸਟ ਇੰਸਟਾਲਮੈਂਟ। YouTube ਤੇ ਮੈਂ ਇੱਕ ਪਲੇਟਫਾਰਮ, ਆਪਣੇ ਪਲੇਟਫਾਰਮ ਤੇ ਮੈਂ ਇੱਕ ਸਟੈਟਿਕ GK ਦੀ ਸੀਰੀਜ਼ ਸ਼ੁਰੂ ਕੀਤੀ ਹੈ, ਜਿਹਦੇ 'ਚ ਮੈਂ ਵਰਲਡ ਦੀਆਂ ਸਟੇਟਸ ਸਭ ਕੁਝ, ਤੇ ਉਹ ਸੀਰੀਜ਼ ਬਿਲਕੁਲ ਫ੍ਰੀ ਆ। ਇਸ ਤੋਂ ਬਿਨਾ ਇੱਕ ਜਾਣਕਾਰੀ ਹੋਰ ਦੇ ਦਾਂ, ਜਿਹੜੇ ਬੱਚੇ ਕਹਿ ਰਹੇ ਸੀ ਕਰੰਟ ਅਫੇਅਰਸ ਡੇਲੀ ਦੀ ਬਜਾਏ ਅਸੀਂ ਉਹ ਵੀਕਲੀ ਕਰਤੇ ਆ, ਤੇ ਵੀਕਲੀ ਉਹ ਜ਼ਿਆਦਾ ਵਧੀਆ ਕਵਰ ਹੁੰਦੇ ਆ। ਕਰੰਟ ਅਫੇਅਰ ਕੋਈ ਨਹੀਂ ਛੱਡੀਦਾ। ਅਗਸਤ ਦੇ ਦੇਖੋ 2 ਮਹੀਨਿਆਂ ਦੇ ਕਰੰਟ ਅਫੇਅਰਸ ਤੁਹਾਨੂੰ ਅਵੇਲੇਬਲ ਕਰਾਏ ਆ। ਜੁਲਾਈ 'ਚ ਡੇਲੀ ਸੀ, ਉਹ ਜਿਹੜੇ ਡੇਲੀ ਕਰੰਟ ਅਫੇਅਰਸ ਅਸੀਂ ਕਰਦੇ ਸੀ ਉਹ ਆਫਲਾਈਨ ਕਲਾਸ 'ਚ, ਹੁਣ ਉਹਨਾਂ ਨੂੰ ਵੀਕਲੀ ਕਰਕੇ ਉਹਨਾਂ ਦੀ ਜਗ੍ਹਾ ਤੇ ਸਟੈਟਿਕ GK, ਮਤਲਬ ਡਬਲ ਪ੍ਰੋਫਿਟ ਸਟੂਡੈਂਟਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਇਹ ਦੋਵੇਂ ਪ੍ਰਕਾਰ ਦੀਆਂ ਵੀਡੀਓਜ਼ ਸਾਡੀਆਂ YouTube ਤੇ ਰੈਗੂਲਰ ਅਪਲੋਡ ਹੁੰਦੀਆਂ ਰੈਗੂਲਰਲੀ, ਠੀਕ ਆ। ਜਿਹੜੀ ਵਿੱਚ ਪੈਂਡੈਂਸੀ 4-5 ਵੀਡੀਓਜ਼ ਦੀ ਰਹਿ ਗਈ ਸੀ, ਉਹ ਇਕੱਠੀਆਂ ਹੀ ਆ ਜਾਣਗੀਆਂ, ਪਰ ਤੁਹਾਡਾ ਕੰਟੈਂਟ ਸਟੈਟਿਕ GK ਦਾ ਤੇ ਕਰੰਟ ਦਾ ਨਹੀਂ ਮਿਸ ਹੋਊਗਾ। ਬਸ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਰੌਲਾ ਪਾਵਾਂਗੇ। ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਬੱਚਾ ਸੰਜੀਦਗੀ ਨਾਲ ਤਿਆਰੀ ਕਰ ਰਿਹਾ ਹੈ ਉਹ ਸਾਡੇ ਨਾਲ ਜੁੜੇ। ਬਾਕੀ ਦੇਖੋ ਓਬਵੀਅਸ ਜੀ ਗੱਲ ਆ, ਤੁਸੀਂ ਪੇਪਰਾਂ ਦੀ ਤਿਆਰੀ ਕਰ ਰਹੇ ਹੋ, ਤੁਹਾਡੇ 'ਚ ਬਹੁਤ ਬੱਚੇ ਮੈਚਿਓਰ ਨੇ। ਮੈਚਿਓਰ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੰਟੈਲੀਜੈਂਟ ਨੇ। ਮੈਚਿਓਰ ਹੋਣ ਦਾ ਮਤਲਬ ਜਿਹੜੇ ਆਪਣੇ ਪ੍ਰਤੀ ਜ਼ਿੰਮੇਵਾਰ ਨੇ, ਤੇ ਕੁਝ ਬੱਚੇ ਹਜੇ ਇਮੈਚਿਓਰ ਨੇ। ਉਹ ਅਸੀਂ ਕਈ ਵਾਰੀ, ਮੈਂ ਆਪਣੇ YouTube ਦੇ ਪਲੇਟਫਾਰਮ ਦੀ ਗੱਲ ਨਹੀਂ ਕਰਦਾ, ਮੈਂ ਦੂਜੇ ਵੀ YouTubes ਦੇ ਪਲੇਟਫਾਰਮ ਦੀ ਗੱਲ ਕਰਦਾ ਹੁੰਦਾ। ਉਹ ਬੱਚੇ ਬਹੁਤ ਜ਼ਿਆਦਾ ਕਈ ਵਾਰੀ ਖੁਦ ਟੈਨਸ਼ਨ 'ਚ ਹੁੰਦੇ ਆ, ਤੇ ਉਹਨਾਂ ਦਾ ਜ਼ਿਆਦਾ ਮਸਲਾ ਇਸ ਚੀਜ਼ ਨਾਲ ਹੀ ਸੰਬੰਧਿਤ ਹੁੰਦਾ ਹੈ ਕਿ ਤੁਸੀਂ ਪੋਸਟਾਂ ਬਾਰੇ ਦੱਸੋ। ਆਹ ਚੀਜ਼ ਕੋਸ਼ਿਸ਼ ਰਹੂਗੀ ਕਿ ਜੇ YouTube ਤੇ ਆਏ ਆ ਜਾਂ ਕੰਟੈਂਟ ਅਪਲੋਡ ਕਰ ਰਹੇ ਆ, ਤੇ ਉਹ ਜ਼ਿਆਦਾ ਪੜ੍ਹਾਈ ਨਾਲ ਸੰਬੰਧਿਤ ਹੀ ਹੋਵੇ, ਠੀਕ ਆ, ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਸਾਰਥਕ ਤਰੀਕੇ ਨਾਲ ਫਾਇਦਾ ਪਹੁੰਚਾਵੇ। ਸੋ ਇਸੇ ਲੜੀ 'ਚ ਇਹ ਕੋਸ਼ਿਸ਼ ਸੀ। ਤੁਸੀਂ ਮੈਥ ਦਾ ਕੋਈ ਵੀ ਟੌਪਿਕ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਲਝ ਰਿਹਾ ਹੈ, ਤੁਸੀਂ ਕਮੈਂਟ 'ਚ ਦੱਸ ਦਿਓ। ਉਹਦੇ 'ਤੇ ਛੋਟੀ ਤੋਂ ਛੋਟੀ ਜਿਹੜੀ ਵੀ ਵੀਡੀਓ ਬਣਦੀ ਹੋਈ ਜ਼ਰੂਰ ਬਣਾਵਾਂਗੇ, ਭਾਵੇਂ ਉਹ ਕੋਈ ਚੈਪਟਰ ਆ, ਭਾਵੇਂ ਉਹ ਚੈਪਟਰ ਦਾ ਕੋਈ ਪਾਰਟ ਆ। ਜਿਵੇਂ ਕਈ ਬੱਚੇ ਕਹਿ ਦਿੰਦੇ ਕਿ ਸਰ ਥੋੜ੍ਹੇ ਜਿਹੇ ਨੈਬ ਦੇ ਵਿੱਚ ਜਿਹੋ ਜਿਹੇ ਸਪੀਡ ਡਿਸਟੈਂਸ ਦੇ ਜਾਂ ਸਵਾਲ ਆਏ ਸੀ, ਜੋ ਵੀ ਕਹੋਗੇ ਅਸੀਂ ਉਵੇਂ ਦੀ ਵੀਡੀਓ ਬਣਾ ਦਾਂਗੇ ਤੁਹਾਡੇ ਵਾਸਤੇ, ਕਿਸੇ ਵੀ ਸਬਜੈਕਟ ਨਾਲ ਰਿਲੇਟਡ। ਈਵਨ ਕਿ ਭਾਵੇਂ ਇੰਗਲਿਸ਼, ਪੰਜਾਬੀ, ਕੰਪਿਊਟਰ, ਤੁਸੀਂ ਪੰਜਾਬੀ ਦੇ ਕਿਸੇ ਟੌਪਿਕ ਨੂੰ ਜਿਹੜਾ ਤੁਹਾਨੂੰ ਲੱਗਦਾ ਕਿ YouTube ਤੇ ਅਵੇਲੇਬਲ ਨਹੀਂਗਾ, ਤੁਸੀਂ ਕਮੈਂਟ 'ਚ ਥੱਲੇ ਲਿਖ ਦਿਓ। ਸਾਡੀ ਟੀਮ ਵੀ ਤੇ ਮੈਂ ਵੀ ਇੰਨੇ ਕੁ ਤਾਂ ਵਿਹਲੇ ਹੈਗੇ ਆ ਕਿ ਅਸੀਂ ਸਭ ਦੇ ਕਮੈਂਟ ਰੀਝ ਨਾਲ ਪੜ੍ਹ ਕੇ, ਜਿਹੜਾ ਵੀ ਦੇਖੋ, ਜਿਹੜੇ ਬੱਚੇ ਇਮੈਚਿਓਰ ਜਾਂ ਕਮੈਂਟ ਕਰਨਗੇ ਅਸੀਂ ਉਹਨਾਂ ਨੂੰ ਕਦੀ ਵੀ ਮਾੜਾ ਨਹੀਂ ਕਹਿੰਦੇ। ਅਸੀਂ ਸਿਰਫ ਇਹ ਕਹਿੰਦੇ ਆ ਕਿ ਉਹ ਹਜੇ ਇਮੈਚਿਓਰ ਨੇ। ਸਾਡੇ ਪਲੇਟਫਾਰਮ ਨੂੰ ਸਮਝਣ ਦੇ ਉਹ ਜਦੋਂ ਕਾਬਲ ਹੋ ਜਾਣਗੇ, ਫਿਰ ਉਹ ਕਦੇ ਵੀ ਐਵੇਂ ਦੀ ਗੱਲ ਨਹੀਂ ਕਰਨਗੇ। ਜਿਹੜੇ ਮੈਚਿਓਰ ਕਮੈਂਟ ਨੇ, ਜੇ ਉਹਦੇ 'ਚ ਕੁਛ ਸੀਰੀਅਸਨੈਸ ਹੈਗੀ ਆ ਕਿ ਸਾਨੂੰ ਆਹ ਕੰਟੈਂਟ ਚਾਹੀਦਾ ਤੇ ਅਸੀਂ ਉਹ ਪ੍ਰੋਵਾਈਡ ਕਰਾ ਸਕਦੇ ਹੋਈਏ, ਤੇ ਅਸੀਂ ਕਿਉਂ ਨਹੀਂ ਪ੍ਰੋਵਾਈਡ ਕਰਾਵਾਂਗੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।